ਗੁਰੂ ਨਾਨਕ ਪਾਤਸ਼ਾਹ ਜੀ ਸਿੱਖਾਂ ਦੀ ਨਾਲ ਮਿਲਾਪ ਕਰਨ ਵਾਸਤੇ ਸੁਮੇਰ ਪਰਬਤ ਵੱਲ ਵਧ ਰਹੇ। ਰਸਤੇ ਵਿੱਚ ਸੁਮੇਰ ਪਰਬਤ ਵੱਲ ਜਾਂਦਿਆਂ ਹੋਇਆਂ ਸਤਿਗੁਰੂ ਜੀ ਨੂੰ ਵੱਖਰੇ ਵੱਖਰੇ ਸਿੱਧ ਆ ਕੇ ਜਿਹੜੇ ਅਹੰਕਾਰ ਨਾਲ ਭਰੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਨੀਵਾਂ ਸਾਬਤ ਕਰਨ ਵਾਸਤੇ ਉਹ ਆਪਣੇ ਵਾਲਾ ਜ਼ੋਰ ਬਲ ਤਾਕਤ ਵਰਤ ਰਹੇ। ਤਾਂ ਗੁਰੂ ਨਾਨਕ ਸਾਹਿਬ ਜੀ ਕੋਲੋਂ ਜਿਹੜਾ ਵੀ ਸਿੱਧ ਆਉਂਦਾ ਹੈ ਉਹ ਮਾਲਕ ਪਾਤਸ਼ਾਹ ਜੀ ਨੂੰ ਉਪਦੇਸ਼ ਦੇਣ ਦੀ ਸੋਚ ਲੈ ਕੇ ਆਉਂਦਾ, ਪਰ ਜਾਂਦਾ ਹੋਇਆ ਗੁਰੂ ਸਾਹਿਬ ਜੀ ਕੋਲ ਉਪਦੇਸ਼ ਲੈ ਕੇ ਜਾਂਦਾ ਹੈ। ਜਾ ਕੇ ਗੋਰਖਨਾਥ ਨੂੰ ਦੱਸ ਦਿੰਦਾ ਤੇ ਇੱਕ ਜਾਂਦਾ ਬੰਦਾ ਅਹੰਕਾਰ ਨੂੰ ਨਿਵਰਤ ਹੋ ਜਾਂਦਾ ਔਰ ਟਿਕਾ ਜੀਵਨ ਵਿੱਚ ਆਉਂਦਾ। ਇਸੇ ਤਰ੍ਹਾਂ ਵੱਖ-ਵੱਖ ਸਿੱਧ ਜਿਹੜੇ ਗੁਰੂ ਸਾਹਿਬ ਨੂੰ ਮਿਲੇ ਤੇ ਮੰਗਲਨਾਥ ਸਿੱਧ ਜਿਹੜਾ ਉਹ ਗੁਰੂ ਨਾਨਕ ਸਾਹਿਬ ਕੋਲ ਆਇਆ। ਇਹ ਜਿਹੜਾ ਸਿੱਧ ਹੈ ਇਹ ਬਾਕੀ ਸਿੱਧਾਂ ਨਾਲੋਂ ਵੱਖਰਾ ਹੈ, ਕਿਉਂਕਿ ਇਹ ਉਪਦੇਸ਼ ਦੇਣ ਜਾਂ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਵਿਖਾਉਣ ਨਹੀਂ, ਗੁਰੂ ਨਾਨਕ ਸਾਹਿਬ ਕੋਲੋਂ ਉਪਦੇਸ਼ ਲੈਣ ਹੀ ਆਇਆ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਇਹਨੇ ਵਿਚਾਰ ਚਰਚਾ ਕੀਤੀ ਤੇ ਮਾਲਕ ਜੀ ਨੂੰ ਕਹਿੰਦਾ ਵੀ ਸਤਿਗੁਰੂ ਜੀ ਜੇ ਆਪ ਜੀ ਆਖੋ ਤੇ ਮੇਰੇ ਨਾਲ ਆਪ ਜੀ ਚਲੋ ਸੁਮੇਰ ਪਰਬਤ ਤੇ ਮੈਂ ਆਪ ਜੀ ਦੇ ਨਾਲ ਚੱਲਦਾ, ਤੇ ਜੇ ਆਪ ਜੀ ਉੱਥੇ ਨਹੀਂ ਜਾਣਾ ਚਾਹੁੰਦੇ, ਹੁਣ ਇਹ ਨਹੀਂ ਗੱਲ ਪਿੱਛੇ ਮੁੜੋ, ਕਹਿੰਦਾ ਕਿ ਮੇਰੇ ਨਾਲ ਚੱਲੋ ਮੈਂ ਲੈ ਕੇ ਚੱਲਦਾ। ਜੇ ਆਪ ਜੀ ਨਹੀਂ ਜਾਣਾ ਚਾਹੁੰਦੇ ਤੇ ਜੇ ਆਗਿਆ ਦੇਵੋ ਤੇ ਆਪ ਜੀ ਦੇ ਛਕਣ ਵਾਸਤੇ ਮੈਂ ਇੱਥੇ ਹੀ ਕੁਝ ਨਾ ਕੁਝ ਭੇਜ ਦਿੰਦਾ, ਜਿਵੇਂ ਆਪ ਜੀ ਦੀ ਆਗਿਆ ਹੋਵੇ। ਇਹ ਮੰਗਲਨਾਥ ਗੁਰੂ ਨਾਨਕ ਸਾਹਿਬ ਅੱਗੇ ਮਤਲਬ ਨਿਭ ਗਿਆ, ਆਉਂਦਿਆਂ ਹੀ ਇਹਨੇ ਆਪਣਾ ਆਪਾ ਗੁਰੂ ਸਾਹਿਬ ਅੱਗੇ ਨਿਭਾ ਦਿੱਤਾ। ਇੱਥੋਂ ਤੱਕ ਕਿ ਆਪ ਸਾਹਿਬ ਸੰਤਾਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਆਓ ਕਿਵੇਂ ਮੰਗਲਨਾਥ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰ ਚਰਚਾ ਕਰਦਾ, ਸਤਿਗੁਰੂ ਜੀ ਕਿਵੇਂ ਇਹਨੂੰ ਉਪਦੇਸ਼ ਦਿੰਦੇ ਨੇ, ਔਰ ਇਹਦੇ ਤੋਂ ਬਾਅਦ ਵਿੱਚ ਹੋਰ ਕਿਹੜਾ ਸਿੱਧ ਹੈ ਜਿਹੜਾ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆਉਂਦਾ ਤੇ ਮਾਲਕ ਪਾਤਸ਼ਾਹ ਜੀ ਉਹਦੇ ਨਾਲ ਕਿਵੇਂ ਵਿਚਾਰ ਚਰਚਾ ਕਰਦੇ ਆ, ਉਹ ਆਪਾਂ ਅਗਲੇ ਪ੍ਰਸੰਗ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰਵਾ ਖੁਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जे ना चलो ते खातम ही भुगतावन को कसल जाब हो जाई। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋੜਾਂ ਨੇ ਦਿੱਤਾ ਸ਼੍ਰੀ ਨਾਨਕ ਪ੍ਰਕਾਸ਼ ਦਿਲ ਤੀਜੀ ਉਹਨਾਂ ਨੇ ਇਤਿਹਾਸ ਦੀ ਲੜੀਆਂ ਵਗਾਂ ਤੋਰਿਆ ਔਰ ਆਪਣੀ ਕਲਮ ਨਾਲ ਇਤਿਹਾਸ ਦੇ ਸੁਨਹਿਰੀ ਅੱਖਰਾਂ ਨੂੰ ਉਤਰਿਆ। ਔਰ ਕਵੀ ਜੀ ਨੇ ਜ਼ਿਕਰ ਕੀਤਾ ਕਿ ਮੰਗਲਨਾਥ ਗੁਰੂ ਨਾਨਕ ਸਾਹਿਬ ਕੇ ਸਿਰ ਨਵਾਉਂਦਾ ਹੈ ਔਰ ਸਿਰ ਨਵਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਮੇਰ ਪਰਬਤ ਤੇ ਚੱਲਣ ਵਾਸਤੇ ਆਖਦਾ, ਔਰ ਨਾਲ ਇਹ ਜ਼ਿਕਰ ਕਰਦਾ ਹੈ ਕਿ ਸਤਿਗੁਰੂ ਜੀ ਜੇ ਆਪ ਜੀ ਦੀ ਇੱਛਾ ਹੈ ਤੇ ਚੱਲੋ, ਜੇ ਆਪ ਜੀ ਦੀ ਇੱਛਾ ਨਹੀਂ ਤੇ ਆਪ ਜੀ ਜਿਵੇਂ ਆਗਿਆ ਦਵੋ, ਜਿਵੇਂ ਹੁਕਮ ਕਰੋ ਉਸੇ ਪ੍ਰਕਾਰ ਕਾਰਜ ਬਣ ਆਏਗਾ। ਆਪ ਜੀ ਜੇ ਆਗਿਆ ਦੇਵੋ ਤੇ ਮੈਂ ਆਪ ਜੀ ਦੇ ਲਈ ਆਪ ਜੀ ਦੇ ਭੋਗਣ ਵਾਸਤੇ ਮਤਲਬ ਆਪ ਜੀ ਦੇ ਛਕਣ ਵਾਸਤੇ ਕਿਸੇ ਵਸਤੂ ਦਾ ਪ੍ਰਬੰਧ ਕਰਾਂ। ਆਪ ਜੀ ਦੇ ਕਿਸੇ ਥਾਂ ਦੇ ਉੱਤੇ ਰੁਕਣਾ ਚਾਹੁੰਦੇ ਹੋ, ਅਗਰ ਆਪ ਜੀ ਨਹੀਂ ਜਾਣਾ ਚਾਹੁੰਦੇ ਤੇ ਆਪ ਜੀ ਦੇ ਭੋਜਨ ਦਾ ਪ੍ਰਬੰਧ ਜਿਹੜਾ ਉਹ ਮੈਂ ਕਰ ਸਕਾਂ, ਆਪ ਜੀ ਦੀ ਜੇ ਆਗਿਆ ਹੋਵੇ। आनन ते बिगसे गुर बोलत भाओ पेखा तुम ते तृप्ताई। ਹੁਣ ਸਤਿਗੁਰੂ ਜੀ ਨੇ ਜਵਾਬ ਬੜਾ ਪਿਆਰਾ ਦਿੱਤਾ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜੇ ਅਸੀਂ ਕਿਸੇ ਨੂੰ ਛਕਣ ਵਾਸਤੇ ਪੁੱਛ ਰਹੇ ਹਾਂ ਤੇ ਉਹ ਛਕੇਗਾ ਹੀ ਛਕੇਗਾ, ਇਹ ਜ਼ਰੂਰੀ ਨਹੀਂ। ਕਈ ਵਾਰ ਸਾਡਾ ਪੁੱਛਣਾ ਵੀ ਉਹਦੇ ਛਕਣ ਨਾਲੋਂ ਕਿਤੇ ਵੱਧ ਜਾਂਦਾ। ਕਈ ਵਾਰ ਜਿਵੇਂ ਆਪਾਂ ਸੰਸਾਰਿਕ ਤੌਰ ਤੇ ਵੀ ਗੱਲ ਕਰਾਂਗੇ, ਕੋਈ ਪਰਸਨ ਸਾਨੂੰ ਮਿਲੇ ਜਾਂ ਕੋਈ ਸਾਖ ਸੰਬੰਧੀ ਚੱਲ ਕੇ ਆਏ, ਸਾਡਾ ਇੱਕ ਫਰਜ਼ ਹੈ ਉਹਨੂੰ ਪੁੱਛਣਾ, ਭੋਜਨ ਪਾਣੀ ਪ੍ਰਸ਼ਾਦਾ ਕਿਸੇ ਵੀ ਵਸਤੂ ਦੀ ਉਹਨੂੰ ਲੋੜ ਹੋਵੇ, ਸਾਡਾ ਫਰਜ਼ ਬਣਦਾ ਉਹਨੂੰ ਪੁੱਛਣਾ। ਕਿਉਂਕਿ ਸਿਆਣੇ ਇੱਕ ਅਖਾਣ ਵਰਤਦੇ ਵੀ ਕੋਈ ਖਾਣ ਦਾ ਭੁੱਖਾ ਨਹੀਂ ਹੁੰਦਾ। ਸਿਰਫ ਇੱਕ ਪੁੱਛਣ ਦੀ ਬਾਤ ਹੈ। ਜੇ ਅਸੀਂ ਪੁੱਛ ਰਹੇ ਹਾਂ ਤੇ ਉੱਥੋਂ ਇਹ ਨਹੀਂ ਵੀ ਅਸੀਂ ਸਾਡੇ ਕੋਲੋਂ ਛਕ ਜਾਏਗਾ ਤੇ ਛਕ ਵੀ ਜਾਏਗਾ ਤੇ ਵੱਧ ਤੋਂ ਵੱਧ ਕੀ ਦੋ ਪ੍ਰਸ਼ਾਦੇ ਚਾਰ ਪ੍ਰਸ਼ਾਦੇ ਹੀ ਨੇ ਜਿਹੜਾ ਸਾਡੇ ਕੋਲੋਂ ਛਕ ਜਾਏਗਾ। ਗੱਲ ਤੇ ਸਿਰਫ ਪ੍ਰੇਮ ਦੀ ਹੈ ਨਾ, ਪਿਆਰ ਦੀ। ਹੁਣ ਫਿਰ ਉਹ ਮੰਗਲਨਾਥ ਜੋ ਕਿ ਜੋਗੀ ਤੇ ਪਹਿਲਾਂ ਵੀ ਆਏ, ਸਿੱਧ ਤੇ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਵੀ ਆ ਕੇ ਮਿਲੇ, ਉਹਨਾਂ ਚੋਂ ਇੱਕ ਨੇ ਵੀ ਨਹੀਂ ਪੁੱਛਿਆ ਵੀ ਤੁਹਾਨੂੰ ਕਿਸੇ ਵਸਤੂ ਦੀ ਜ਼ਰੂਰਤ ਤੇ ਨਹੀਂ, ਛਕਣ ਵਾਲੀ ਕੋਈ ਵਸਤੂ ਦੀ ਲੋੜ ਹੋਵੇ। ਹੁਣ ਇਹ ਤੇ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਵੀ ਲਓ ਭਾਈ ਮੈਂ ਛਕਣਾ ਚਾਹੁੰਦਾ, ਤੁਸੀਂ ਲੈ ਕੇ ਕੀ ਆਏ ਹੋ। ਤੇ ਮੰਗਲਨਾਥ ਨੇ ਆਪਣਾ ਪ੍ਰੇਮ ਜਿਹੜਾ ਉਹ ਪ੍ਰਗਟਾਇਆ, ਜੋਗੀ ਮੰਗਲਨਾਥ ਜੀ ਨੇ ਆਪਣਾ ਪ੍ਰੇਮ ਪ੍ਰਗਟਾਇਆ ਤੇ ਪ੍ਰਗਟਾਉਂਦੇ ਆਖਿਆ ਵੀ ਸਤਿਗੁਰੂ ਜੀ ਜੇ ਜ਼ਰੂਰਤ ਹੋਵੇ ਆਪ ਜੀ ਨੂੰ ਤੇ ਮੈਂ ਪ੍ਰਬੰਧ ਕਰ ਦਿਆਂ। ਤੇ ਮਾਲਕ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਵੀ ਨਹੀਂ ਮੰਗਲਨਾਥ ਜੀ, ਅਸੀਂ ਤੇ ਤੁਹਾਡੇ ਪ੍ਰੇਮ ਔਰ ਪਿਆਰ ਦੇ ਸਦਕਾ ਹੀ ਤ੍ਰਿਪਤੀ ਹਾਸਲ ਕੀਤੀ ਹੈ, ਅਸੀਂ ਤ੍ਰਿਪਤ ਹਾਂ, ਸਾਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈ। खाने की जाना और रही मिलवा कर लाए रहे हर खाई। ਕਹਿੰਦੇ ਵੀ ਹੋਰ ਕੋਈ ਛਕਣ ਦੀ ਇੱਛਾ ਹੀ ਨਹੀਂ ਹੈ, ਤੁਸੀਂ ਮਿਲੇ ਹੋ, ਤੁਹਾਡੇ ਨਾਲ ਮਿਲ ਕੇ ਬਚਨ ਕੀਤੇ ਨੇ, ਬਸ ਉਹ ਤੁਹਾਡੀ ਪ੍ਰਸੰਨਤਾ ਸਹਿਤ ਕੀਤੇ ਹੋਏ ਬਚਨ, ਪ੍ਰੇਮ ਸਹਿਤ ਤੁਹਾਡੇ ਕੀਤੇ ਹੋਏ ਬਚਨ ਜਿਹੜੇ ਨੇ ਨਾ ਉਹਨਾਂ ਨੇ ਹੀ ਸਾਨੂੰ ਪ੍ਰਸੰਨਤਾ ਦਿੱਤੀ ਹੈ। ਤੇ ਹੁਣ ਕਿਸੇ ਵੀ ਵਸਤੂ ਦੀ ਅਸੀਂ ਜ਼ਰੂਰਤ ਜਿਹੜੀ ਉਹ ਨਹੀਂ ਸਮਝੀ। मंगलनाथ चलो तुम अग्रज आवत है ना विलंब है काई। ਤੇ ਉਹਨੂੰ ਕਹਿੰਦੇ ਵੀ ਮੰਗਲਨਾਥ ਜੀ ਤੁਸੀਂ ਚਲੋ ਅੱਗੇ ਪਹੁੰਚੋ ਸੁਮੇਰ ਪਰਬਤ ਤੇ ਅਸੀਂ ਤੁਹਾਡੇ ਮਗਰ ਚੱਲ ਕੇ ਆਉਂਦੇ ਹਾਂ, ਦੇਰ ਨਹੀਂ ਲਾਵਾਂਗੇ। ਮੰਗਲਨਾਥ ਜੀ ਆਖਦੇ ਵੀ ਅਸੀਂ ਉੱਥੇ ਪਰਬਤ ਤੇ ਤੁਹਾਡੇ ਮਗਰ ਚੱਲ ਕੇ ਆ ਰਹੇ ਹਾਂ। श्री गुरु को हर खाए आप हर खौर बहुत कर। ਔਰ ਸਤਿਗੁਰੂ ਜੀ ਕੋਲੋਂ ਪ੍ਰਸੰਨਤਾ ਲੈ ਕੇ ਆਪ ਖੁਦ ਬੜਾ ਪ੍ਰਸੰਨ ਹੋ ਕੇ ਮੰਗਲਨਾਥ ਗੁਰੂ ਸਾਹਿਬ ਜੀ ਅੱਗੇ ਬੰਦਨਾ ਕਰਕੇ ਤੇ ਉਥੋਂ ਰੁਖਸਤ ਹੁੰਦੇ ਹਨ। वंदन कर सिर नाए मंगल गयो सुमेर पे। ਮੰਗਲਨਾਥ ਨੇ ਬੰਦਨਾ ਕੀਤੀ, ਸਿਰ ਨਵਾਇਆ, ਗੁਰੂ ਸਾਹਿਬ ਅੱਗੇ ਸੀਸ ਨਿਵਾਉਣਾ ਕੀਤਾ ਔਰ ਨਿਵਾ ਕੇ ਸੀਸ ਤੇ ਸੁਮੇਰ ਪਰਬਤ ਉੱਤੇ ਵਾਪਸ ਪਰਤ ਗਏ। जय मर्दाना प्रभु सुजाना ਇਹ ਜੋਗੀ ਜੋ ਆਏ। ਹੁਣ ਭਾਈ ਮਰਦਾਨਾ ਜੀ ਪੁੱਛਦੇ, ਹੇ ਸੁਜਾਨ ਧੰਨ ਗੁਰੂ ਨਾਨਕ ਸਾਹਿਬ ਜੀ ਹੋ ਵੀ ਸਿੱਧ ਤੇ ਇਹ ਤੋਂ ਪਹਿਲਾਂ ਵੀ ਬਹੁਤ ਆਏ ਨੇ, ਪਰ ਇੱਕ ਇਹ ਸਿੱਧ ਜੋ ਆਏ ਆਪਣੇ ਕੋਲ ਚੱਲ ਕੇ ਮੰਗਲਨਾਥ ਜੀ ਆਏ ਵੀ ਇਹਨਾਂ ਤੋਂ ਪਹਿਲਾਂ ਵੀ ਕਈ ਸਿੱਧ ਆਪਣੇ ਕੋਲ ਪਹੁੰਚੇ ਜਿਨ੍ਹਾਂ ਨੇ ਆਪਣੇ ਨਾਲ ਚਰਚਾ ਕੀਤੀ, ਵਿਚਾਰ ਚਰਚਾ ਕੀਤੀ, ਪਰ ਜਿਹੜੇ ਆ ਮੰਗਲਨਾਥ ਜੀ ਚੱਲ ਕੇ ਆਏ ਹਨ। ਕੋਮਲ ਮੁਖ ਬੈਨਾ ਮਨ ਮਹਿ ਚੈਨਾ ਜਿਹ ਕੋ ਸੁਭਗ ਸੁਭਾਏ। ਇਹਨਾਂ ਦੇ ਨਾ ਤੇ ਉਹਨਾਂ ਦੇ ਸੁਭਾਅ ਵਿੱਚ ਬਹੁਤ ਫਰਕ ਹੈ। ਜਿਹੜੇ ਪਹਿਲਾਂ ਆਏ ਸਨ ਉਹਨਾਂ ਦੇ ਵਿੱਚ ਤੇ ਜਿਹੜੇ ਹੁਣ ਆ ਮੰਗਲਨਾਥ ਜੀ ਆਏ ਇਹਨਾਂ ਦੇ ਸੁਭਾਅ ਵਿੱਚ ਨਾ ਸਤਿਗੁਰੂ ਜੀ ਬਹੁਤ ਫਰਕ ਹੈ। ਕਿਉਂਕਿ ਇਹਨਾਂ ਦੀ ਜ਼ੁਬਾਨ ਤੋਂ ਕੋਮਲ ਬੋਲ ਨਿਕਲ ਰਹੀ, ਉਹਨਾਂ ਦੀ ਜ਼ੁਬਾਨ ਤੋਂ ਕੀ ਨਿਕਲ ਰਿਹਾ ਸੀ? ਅਹੰਕਾਰੀਆ ਬੰਦਾ ਕਦੇ ਕੋਮਲਤਾ ਭਰੀ ਸ਼ਬਦਾਵਲੀ ਨਹੀਂ ਵਰਤੇਗਾ। ਜਿੰਨੇ ਸਿੱਧ ਆ ਰਹੇ ਉਹ ਸਾਰੇ ਕਾਹਦੇ ਨਾਲ ਭਰੇ? ਹੰਕਾਰ ਨਾਲ। ਇਹ ਗੁਰੂ ਨਾਨਕ ਸਾਹਿਬ ਨੂੰ ਆ ਕੇ ਕਹਿੰਦਾ ਸਤਿਗੁਰੂ ਜੀ, ਉਹ ਆ ਕੇ ਕਹਿੰਦੇ ਬਾਲੇ। ਫਰਕ ਹੈ ਨਾ, ਇੱਕ ਆ ਕੇ ਕਹਿ ਰਹੇ ਵੀ ਸਤਿਗੁਰੂ ਜੀ ਮੈਂ ਆਪ ਜੀ ਕੋਲੋਂ ਉਪਦੇਸ਼ ਲੈਣ ਆਇਆ, ਇੱਕ ਆ ਕੇ ਕਹੇ ਬਾਲੇ ਤੂੰ ਇੱਥੇ ਕਿਵੇਂ ਆ ਗਿਆ? ਹੁਣ ਬਾਲਾ ਲਫ਼ਜ਼ ਆਪਣੇ ਬੱਚੇ ਵਾਸਤੇ ਕਿ ਤੂੰ ਸਾਡੇ ਸਾਹਮਣੇ ਕੀ ਹੈ? ਬੱਚਾ, ਬਾਲਕ, ਤੇ ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਉਹ ਜਿਹੜੇ ਆ ਰਹੇ ਨੇ ਉਹ ਕਹਿ ਰਹੇ ਵੀ ਬਾਲਿਆ ਅਸੀਂ ਤੈਨੂੰ ਉਪਦੇਸ਼ ਦੇਣ ਆਏ ਆ, ਇਹ ਕਹਿ ਰਹੇ ਆ ਸਤਿਗੁਰੂ ਜੀ ਮੈਂ ਉਪਦੇਸ਼
ਲੈਣ ਆਇਆ। ਇੱਕ ਪਿੱਛੇ ਅਹੰਕਾਰ ਬੋਲ ਰਿਹਾ ਤੇ ਇੱਕ ਮਗਰ ਪਿਆਰ ਬੋਲ ਰਿਹਾ। ਜਿੱਥੇ ਹੰਕਾਰ ਬੋਲ ਰਹੀ ਹੈ ਨਾ ਉੱਥੇ ਕਦੇ ਪ੍ਰੇਮ ਤੇ ਕੋਮਲਤਾ ਭਰੀ ਸ਼ਬਦਾਵਲੀ ਨਹੀਂ ਹੋਏਗੀ। ਅਹੰਕਾਰੀ ਬੰਦਾ ਹਮੇਸ਼ਾ ਕੋਥਰੀ ਬੋਲੀ ਬੋਲਦਾ, ਮਤਲਬ ਕਠੋਰ ਲਫ਼ਜ਼, ਕਠੋਰ ਭਾਸ਼ਾ, ਕਠੋਰ ਸ਼ਬਦਾਵਲੀ ਬੋਲਦਾ। ਉਹਦੀ ਜ਼ੁਬਾਨ ਤੋਂ ਜਿੰਨੇ ਬੋਲ ਨਿਕਲਣਗੇ ਉਹ ਹਿਰਦੇ ਨੂੰ ਬਲੂੰਦਣ ਵਾਲੇ, ਝੰਡੋੜਨ ਵਾਲੇ ਨਿਕਲਣਗੇ। ਤੇ ਜਿਹੜਾ ਪ੍ਰੇਮ ਸਾਹਿਬ ਬੋਲੇਗਾ ਉੱਥੇ ਕੀ ਹੈ? ਪ੍ਰੇਮ ਕੋਮਲ ਭਰੇ ਸ਼ਬਦ, ਉਹਦਾ ਇੱਕ ਇੱਕ ਬੋਲ ਸਾਡੇ ਹਿਰਦੇ ਨੂੰ ਸਕੂਨ ਦੇਗਾ। ਹੁਣ ਭਾਈ ਮਰਦਾਨਾ ਜੀ ਕਹਿੰਦੇ ਕਿ ਧੰਨ ਗੁਰੂ ਨਾਨਕ ਸਾਹਿਬ ਜੀਓ, ਹੇ ਸੁਜਾਨ ਮਾਲਕ ਜੀਓ, ਜਿਹੜੇ ਪਹਿਲੋਂ ਚੱਲ ਕੇ ਆਏ ਸਨ ਤੇ ਜਿਹੜੇ ਇਹ ਚੱਲ ਕੇ ਆਏ ਨੇ ਨਾ, ਇਹਨਾਂ ਦੇ ਬੈਨ ਬੜੇ ਕੋਮਲ ਨੇ, ਮੁਖ ਵਿੱਚੋਂ ਨਿਕਲਿਆ ਇੱਕ ਇੱਕ ਸ਼ਬਦ ਬੜਾ ਕੋਮਲਤਾ ਨਾਲ ਭਰਿਆ ਹੋਇਆ, ਔਰ ਇਹਨਾਂ ਦੇ ਮਨ ਵਿੱਚ ਨਾ ਚੈਨ ਸੀ, ਉਹਨਾਂ ਕੋਲ ਸਕੂਨ ਨਹੀਂ ਸੀ, ਉਹਨਾਂ ਕੋਲ ਟਿਕਾਅ ਨਹੀਂ ਸੀ। ਤੇ ਇਹਨਾਂ ਕੋਲ ਮਨ ਦਾ ਟਿਕਾਅ ਵੀ ਹੈ ਤੇ ਇਹਨਾਂ ਦਾ ਸੁਭਾਅ ਵੀ ਬੜਾ ਪ੍ਰੇਮ ਵਾਲਾ ਹੈ। ਬਹੁ ਭਾਉ ਸੋ ਕੀਨੋ ਤਬ ਜਸ ਚੀਨੋ ਨਹੀਂ ਉਚਾਰਾ ਬਾਦ। ਉਹ ਸਾਰੇ ਆ ਕੇ ਤੁਹਾਡੇ ਨਾਲ ਵਿਵਾਦ ਕਰਦੇ ਰਹੇ, ਤੁਹਾਡੇ ਉੱਤੇ ਆਪਣਾ ਉਪਦੇਸ਼ ਥੋਪਦੇ ਰਹੇ। ਉਹ ਤੁਹਾਨੂੰ ਇਹ ਆਖਦੇ ਰਹੇ ਵੀ ਤੁਸੀਂ ਗੋਰਖਨਾਥ ਨੂੰ ਗੁਰੂ ਕਰ ਲਓ। ਸਤਿਗੁਰੂ ਜੀ ਨੇ ਆ ਕੇ ਤੁਹਾਡਾ ਜਸ ਉਚਾਰਿਆ। ਇਹਨਾਂ ਨੇ ਆ ਕੇ ਬਹੁ ਭਾਉ ਸੋ ਕੀਨੋ ਬੜੇ ਪ੍ਰੇਮ ਸਹਿਤ ਕੀਤਾ। ਤਬ ਜਸ ਸੋਚੀਨੋ, ਜਿਹੜਾ ਜਸ ਇਹਨਾਂ ਨੇ ਪਹਿਚਾਨਿਆ ਨਾ, ਜਿੰਨਾ ਇਹਨਾਂ ਨੇ ਪਹਿਚਾਨਿਆ ਉਹਨਾਂ ਹੀ ਪ੍ਰੇਮ ਸਹਿਤ ਇਹਨਾਂ ਨੇ ਆਪ ਜੀ ਦਾ ਜਸ ਗਾਇਨ ਕੀਤਾ। ਜਿੱਥੇ ਇਹਨਾਂ ਨੇ ਆਪ ਜੀ ਦਾ ਪ੍ਰੇਮ ਸਹਿਤ ਜਸ ਗਾਇਨ ਕੀਤਾ ਹੈ ਉੱਥੇ ਕਹਿੰਦੇ ਨਹੀਂ ਉਚਾਰਾ ਬਾਦ। ਇਹਨਾਂ ਨੇ ਝਗੜਾ ਨਹੀਂ ਕੀਤਾ ਔਰ ਨਾ ਹੀ ਕਿਸੇ ਪ੍ਰਕਾਰ ਦੀ ਇਹਨਾਂ ਨੇ ਵਾਦ ਵਿਵਾਦ ਵਾਲੀ ਵਿਚਾਰ ਆਪ ਜੀ ਨਾਲ ਕੀਤੀ ਹੈ। ਮਿਲ ਕਰ ਹਰ ਖਾਇਓ ਉਰ ਸੁਖ ਪਾਇਓ ਕਰਿਓ ਤੁਮੇ ਅਹਲਾਦ। ਇਹ ਤੇ ਆਪ ਜੀ ਨੂੰ ਮਿਲ ਕੇ ਬਹੁਤ ਹਰਖੇ ਨੇ, ਬੜੇ ਖੁਸ਼ ਹੋਏ। ਤੁਹਾਨੂੰ ਮਿਲ ਕੇ ਇਹਨਾਂ ਨੇ ਤੇ ਬਹੁਤ ਪ੍ਰਸੰਨਤਾ ਹਾਸਲ ਕੀਤੀ ਹੈ। ਗੁਰਬਾਕ ਬਖਾਨੇ ਸੁਣ ਮਰਦਾਨੇ ਇੱਕ ਜੈਸੇ ਸਭ ਨਾਹੇ। ਸਤਿਗੁਰੂ ਜੀ ਫਿਰ ਆਖਦੇ ਕਹਿੰਦੇ ਮਰਦਾਨਾ ਜੀਓ, ਇੱਕ ਵਰਗੇ ਸਾਰੇ ਨਹੀਂ ਹੁੰਦੇ, ਹਰ ਇੱਕ ਦਾ ਸੁਭਾਅ ਅਲੱਗ ਹੈ। ਕਿਸੇ ਵੀ ਜੀਵ ਦਾ ਸੁਭਾਅ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ, ਚਾਹੇ ਉਹ ਸਿੱਧ ਹੀ ਕਿਉਂ ਨਾ ਹੋਣ। ਇੱਕ ਸਿੱਧ ਦਾ ਸੁਭਾਅ ਦੂਜੇ ਨਾਲ ਮੇਲ ਨਹੀਂ ਖਾਂਦਾ। ਇੱਕ ਪਰਿਵਾਰ ਦੇ ਵਿੱਚ ਜੇ ਚਾਰ ਜੀਵ ਨੇ ਤੇ ਚਾਰਾਂ ਦਾ ਸੁਭਾਅ ਚਾਰੋਂ ਦਿਸ਼ਾਵਾਂ ਹੀ ਮੰਨ ਲਓ। ਇੱਕ ਦਾ ਪੂਰਬ ਵਾਲੇ ਪਾਸੇ ਜਾ ਰਿਹਾ, ਦੂਜੇ ਦਾ ਪੱਛਮ ਵਾਲੇ ਪਾਸੇ ਜਾ ਰਿਹਾ, ਇੱਕ ਦਾ ਉੱਤਰ ਵਾਲੇ ਪਾਸੇ ਜਾ ਰਿਹਾ, ਇੱਕ ਦਾ ਦੱਖਣ। ਸੁਮੇਲ ਕਿਤੇ ਵੀ ਨਹੀਂ ਹੈ, ਸੁਭਾਅ ਦਾ ਸੁਮੇਲ ਨਹੀਂ ਹੈ ਕਿਤੇ। ਇੱਕ ਪ੍ਰੇਮ ਵਿੱਚ ਹੀ ਰਹਿੰਦਾ, ਇੱਕ ਸਾਰਾ ਦਿਨ ਉਖੜਿਆ ਰਹਿੰਦਾ। ਸੁਭਾਅ ਹੈ ਨਾ ਹਰ ਜੀਵ ਦਾ ਵੱਖਰਾ ਵੱਖਰਾ। ਤੇ ਮਾਲਕ ਜੀ ਕਹਿੰਦੇ ਮਰਦਾਨਿਆ ਸਾਰੇ ਇੱਕ ਵਰਗੇ ਨਹੀਂ ਹੁੰਦੇ। ਘਾਰੇ ਬਹੁ ਵੇਖਾ ਦੰਭ ਵਿਸੇਖਾ ਨਹਿ ਕੋ ਕਰਮ ਕਮਾਏ। ਬਹੁਤ ਤਾਰਤ ਕਹਿੰਦੇ ਉਹ ਹੁੰਦੇ ਜਿਹੜੇ ਧਾਰੇ ਬਹੁਤ ਭੇਖਾ, ਜਿਹੜੇ ਭੇਖ ਧਾਰਨ ਕਰਦੇ ਨੇ, ਪਰ ਉਹਨਾਂ ਦੇ ਕੋਲ ਧਰਮ ਦਾ ਕਰਮ ਜਿਹੜਾ ਉਹ ਨਹੀਂ ਹੁੰਦਾ। ਪੂਰਨ ਮਦ ਕੋਟਾ ਤੇ ਨਹਿ ਟੋਟਾ ਜਯੋ ਬਾਹਰ ਤਯੋ ਅੰਤਰ। ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਹੁੰਦਾ ਜਿਹੜਾ ਬਾਹਰੋਂ ਵੀ ਉਹ ਜਾਵੇ ਅੰਦਰੋਂ ਵੀ ਉਹ ਹੋਵੇ। ਨਹੀਂ ਤੇ ਕੀ ਹੁੰਦਾ? ਜਿਨ ਮਨ ਹੋਰ ਮੁਖ ਹੋਰ। ਬਹੁਤ ਤਾਰਤ ਇਹਦਾ ਹੀ ਆ ਵੀ ਜ਼ੁਬਾਨ ਕੁਝ ਕਹਿ ਰਹੀ ਹੈ ਤੇ ਮਨ ਕੁਝ ਕਹਿ ਰਿਹਾ। ਅੰਦਰ ਵਿਚਾਰ ਤੇ ਬਲਬਲੇ ਕੁਝ ਚੱਲ ਰਹੇ ਤੇ ਜ਼ੁਬਾਨ ਕੁਝ ਆਖਰੀ। ਬਹੁਤ ਤਾਰਤ ਐਸੇ ਹੀ ਨੇ। ਸਤਿਗੁਰੂ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਤਾਂ ਹੁੰਦਾ ਜਿਹਦਾ ਮਨ ਵਿੱਚੋਂ ਵੀ ਉਹ ਜਾਵੇ ਤੇ ਬਾਹਰੋਂ ਵੀ ਜ਼ੁਬਾਨ ਤੇ ਵੀ ਉਹੀ ਆ ਜੋ ਅੰਦਰ ਹੈ। ਨਹੀਂ ਤੇ ਜ਼ੁਬਾਨ ਤੇ ਮਿਠਾਸ ਤੇ ਹੱਥ ਛੁਰੀ ਜਗਤ ਕਸਾਈ। ਵੀ ਜ਼ੁਬਾਨ ਤੇ ਬੜੀ ਮਿਠਾਸ ਨਾਲ ਭਰੀ ਹੋਈ ਹੈ ਪਰ ਬਦਲ ਦੇ ਵਿੱਚ ਛੁਰੀ ਲੈ ਕੇ, ਜਿਹਨੂੰ ਬੁੱਕਲ ਵਿਚਲਾ ਸੱਪ ਕਹਿ ਕੇ ਸੰਬੋਧਨ ਕੀਤਾ ਜਾਂਦਾ। ਸਮਾਰਕ ਉੱਤੇ ਜਦੋਂ ਵਿਚਰਦੇ ਆ ਤੇ ਬਹੁਤਾਤ ਇਸੇ ਤਰ੍ਹਾਂ ਦੇ ਲੋਕ ਜਿਹੜੇ ਕੋ ਮਿਲਦੇ ਕਿ ਜ਼ੁਬਾਨ ਤੇ ਤੁਹਾਡੇ ਬੜੇ ਮਿਠਾਸ ਭਰੇ ਲਫ਼ਜ਼ ਹੁੰਦੇ ਨੇ। ਸਤਿਗੁਰੂ ਦੀ ਬਾਣੀ ਚ ਜ਼ਿਕਰ ਕਰਦੇ ਮਨ ਮੁਖਾਂ ਕਿਹੜੀ ਦੋਸਤੀ ਮਾਇਆ ਕਾ ਸੰਬੰਧ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛੂ ਨਾ ਹੋਈ ਤਿੱਤ ਦਿਨ ਬੋਲਣ ਬੰਦ। ਅੱਜ ਦਾ ਇੱਕ ਸੱਚ ਹੈ ਜਿਹਨੂੰ ਅਸੀਂ ਕੌੜਾ ਸੱਚ ਕਹਿ ਸਕਦੇ। ਦੋਸਤੀ ਤੇ ਹੈ ਪਰ ਕਿੰਨਾ ਚਿਰ? ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ। ਉਹਨਾਂ ਚਿਰ ਮਿੱਤਰਤਾ ਬੜੀ ਗੂੜੀ ਹੈ ਜਿੰਨਾ ਚਿਰ ਖਾਣ ਨੂੰ ਵੀ ਦੇ ਰਹੇ ਆ ਪਹਿਨਣ ਨੂੰ ਵੀ ਦੇ ਰਹੇ ਆ, ਬੜੀ ਗੂੜੀ ਮਿੱਤਰਤਾ। ਜਿੱਤ ਦਿਨ ਕਿਛੂ ਨਾ ਹੋਈ, ਹੁਣ ਦੇਣਾ ਨਹੀਂ ਖਾਣ ਨੂੰ ਜਾਂ ਪਹਿਨਣ ਨੂੰ ਮੰਗਣਾ ਹੈ ਵੀ ਅੱਜ ਮੇਰੇ ਕੋਲ ਨਹੀਂ ਹੈ ਤੂੰ ਖਵਾ ਦੇ, ਅੱਜ ਮੇਰੇ ਕੋਲ ਪਹਿਨਣ ਨੂੰ ਨਹੀਂ ਅੱਜ ਤੁਸੀਂ ਪਹਿਨਾਓ, ਤੇ ਫਿਰ ਜਿੱਤ ਦਿਨ ਬੋਲਣ ਗੰਦ। ਉਸੇ ਦਿਨ ਸ਼ਬਦਾਵਲੀ ਬਦਲ ਜਾਂਦੀ। ਸਾਹਮਣੇ ਬੈਠੇ ਆ ਤੇ ਚੰਗੇ ਆ, ਪੇਟੋਂ ਗਈ ਸਾਰੀ ਚੰਗੀ ਖਤਮ ਹੋ ਜਾਂਦੀ। ਬਹੁਤ ਸਤਿਗੁਰੂ ਜੀ ਕਹਿੰਦੇ ਮਰਦਾਨਾ ਜੀ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਹੈ ਜਿਹੜਾ ਜ਼ੁਬਾਨ ਤੋਂ ਤੇ ਅੰਦਰੋਂ ਇੱਕੋ ਜਿਹਾ ਹੁੰਦਾ ਹੈ। ਕਰੁਣਾ ਕਰਤਾ ਰੰਗ ਜਹ ਪਰ ਤਾਰੰਗ ਤਹਿ ਜੋ ਸੁਮਤ ਨਿਰੰਤਰ। ਜਿੱਥੇ ਕਰੁਣਾ ਵਰਤਣੀ ਹੋਵੇ ਕਰਤਾਰ ਦੀ, ਉਹ ਚੰਗੀ ਮੱਤ ਦਾ ਧਾਰਨੀ ਹੁੰਦਾ ਹੈ। ਮਰਦਾਨਾ ਪੁਨ ਬਚਕ ਹੈ ਚਲੀਏ ਅਬ ਹੈ ਸੁਮੇਰ। ਤੇ ਭਾਈ ਮਰਦਾਨਾ ਜੀ ਫਿਰ ਆਖਦੇ ਕਹਿੰਦੇ ਸਤਿਗੁਰੂ ਜੀ ਵੀ ਹੁਣ ਆਪਾਂ ਚੱਲੀਏ ਸੁਮੇਰ ਪਰਬਤ ਤੇ, ਵੀ ਬੜਾ ਸਮਾਂ ਹੋ ਗਿਆ ਆਪਾਂ ਨੂੰ ਤੁਰੇ ਆਉਂਦਿਆਂ ਹੋਇਆਂ, ਤੇ ਹੁਣ ਆਪਾਂ ਰੁਕੀਏ ਨਾ, ਆਪਾਂ ਇੱਥੋਂ ਅਗਾਂਹ ਪੈਂਡਾ ਤੈਅ ਕਰੀਏ ਤੇ ਸੁਮੇਰ ਪਰਬਤ ਉੱਤੇ ਚੱਲੀਏ। ਸਭ ਸਿੱਧਨ ਕੋ ਦੇਖੀਏ ਕਿਉਂਕਿ ਨਹੀਂ ਪ੍ਰਭ ਦੇਰ। ਸਾਰੇ ਸਿੱਧਾਂ ਨੂੰ ਜਾ ਕੇ ਵੇਖਦੇ ਆ ਵੀ ਇੱਕ ਇੱਕ ਨੂੰ ਕਿਉਂ ਵੇਖਣਾ, ਜਾ ਕੇ ਸਾਰਿਆਂ ਨੂੰ ਵੇਖ ਲੈਨੇ ਆ ਵੀ ਆਪਾਂ ਦੇਰੀ ਕਿਉਂ ਕੀਤੀ ਹੈ। ਬੋਲੇ ਬਹੁਤ ਕਿਰਪਾਲ ਇੱਕ ਸਿੱਧ ਆਬਨ ਰਹਿਓ। ਸਤਿਗੁਰੂ ਜੀ ਫਿਰ ਬੋਲੇ ਕਹਿੰਦੇ ਮਰਦਾਨਾ ਜੀ ਅਜੇ ਇੱਕ ਸਿੱਧ ਬਾਕੀ ਰਹਿ ਗਿਆ ਜਿਹੜਾ ਤੁਰਿਆ ਆ ਰਿਹਾ, ਉਹਨੂੰ ਮਿਲ ਕੇ ਫਿਰ ਆਪਾਂ ਅਗਾਂਹ ਚੱਲਦੇ ਹਾਂ। ਜਹ ਮਨ ਮਾਨ ਵਿਸਾਲ ਸੰਬਨਾਥ ਤਹਿ ਨਾਮ ਹੈ। ਕਹਿੰਦੇ ਵੀ ਉਹ ਜਿਹੜਾ ਸਿੱਧ ਭਾਈ ਮਰਦਾਨਾ ਜੀ ਨੇ ਪੁੱਛਿਆ ਮਾਲਕ ਜੀ ਕਿਹੜਾ? ਕਹਿੰਦੇ ਵੀ ਇੱਕ ਸਿੱਧ ਰਹਿੰਦਾ ਜਿਹੜਾ ਤੁਰਿਆ ਆ ਰਿਹਾ ਤੇ ਉਹਦੇ ਮਨ ਵਿੱਚ ਨਾ ਮਾਣ ਬਹੁਤ ਹੈ, ਦੂਜਿਆਂ ਨਾਲੋਂ ਵੀ ਜ਼ਿਆਦਾ ਹੈ। ਜਿੰਨੇ ਪਹਿਲੋਂ ਆ ਗਏ ਉਹਨਾਂ ਤੋਂ ਵੀ ਜ਼ਿਆਦਾ ਮਾਣ ਉਹਦੇ ਮਨ ਵਿੱਚ ਹੈ। ਉਹਦਾ ਨਾਂ ਸ਼ੰਭੂਨਾਥ ਹੈ ਜਿਹੜਾ ਸਿੱਧ ਹੁਣ ਚੱਲ ਕੇ ਆ ਰਿਹਾ ਹੈ। ਸੁਨ ਮਰਦਾਨੇ ਸੋਨ ਸੋ ਮੈਂ ਨ ਬਖਾਨ ਹੈ। ਫਿਰ ਸਤਿਗੁਰੂ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਕੋਲੋਂ ਸਤਿਗੁਰੂ ਜੀ ਨੇ ਵਚਨ ਕੀਤੇ ਤੇ ਭਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਹਨ ਮੰਗਲ ਤੇ ਸੋ ਵਿਸਾਲ ਕੀ ਦੋ ਸਮਾਨ ਹੈ। ਤੇ ਕਹਿੰਦੇ ਵੀ ਜਦੋਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਵਚਨ ਸੁਣੇ ਨਾ ਤੇ ਉਸ ਵਕਤ ਫਿਰ ਭਾਈ ਮਰਦਾਨਾ ਜੀ ਆਖਦੇ ਕਹਿੰਦੇ ਮੰਗਲ ਤੇ ਸੋ ਵਿਸਾਲ ਕਿਹਦਾ ਸਮਾਨ ਹੈ? ਭਾਈ ਮਰਦਾਨਾ ਜੀ ਕਹਿੰਦੇ ਵੀ ਸਤਿਗੁਰੂ ਜੀ ਵੀ ਮੰਗਲਨਾਥ ਜੀ ਚੱਲ ਕੇ ਆਏ ਸਨ, ਉਹਨਾਂ ਵਰਗਾ ਹੀ ਹੈ ਨਾ, ਉਹਨਾਂ ਤੋਂ ਵੀ ਵਿਸ਼ਾਲ ਹੈ, ਉਹਨਾਂ ਤੋਂ ਵੀ ਵੱਧ ਕੇ ਹੈ ਵੀ ਆਪ ਜੀ ਦਰਸ਼ਨਾ ਕਰੋ। ਅਬ ਹੈ ਉਡੀਕਤ ਜਾਹੇ ਕਹੋ ਤਹ ਗਾਥ ਜੋ। ਕਹਿੰਦੇ ਵੀ ਆਪਾਂ ਉਡੀਕ ਰਹੇ ਹਾਂ ਵੀ ਜਿਹੜੀ ਗਾਥਾ ਹੈ ਆਪ ਜੀ ਉਹਨਾਂ ਦੀ ਦਰਸ਼ਨਾ ਕਰੋ। ਹੋ ਬੋਲੇ ਉੱਤਰ ਦੇਨਾ ਜਗਤ ਕੇ ਨਾਥ ਜੋ। ਸਤਿਗੁਰੂ ਜੀ ਫਿਰ ਉੱਤਰ ਦੇਣ ਵਾਸਤੇ ਨਾ ਭਾਈ ਮਰਦਾਨਾ ਜੀ ਨੂੰ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਵਚਨ ਆਖਦੇ ਹਨ। ਗੋਰਖਨਾਥ ਤੇ ਆਦ ਜੇ ਸਿੱਧ ਹੈ ਮੰਗਲਨਾਥ ਸਵੇ ਤੇ ਮਹਾਨ। ਹੁਣ ਕਹਿੰਦੇ ਵੀ ਜਿਹੜਾ ਗੋਰਖਨਾਥ ਹੈ, ਗੋਰਖਨਾਥ ਸੀ ਗੁਰੂ,
ਗੁਰੂ ਸਾਹਿਬ ਕਹਿੰਦੇ ਵੀ ਮਰਦਾਨਾ ਜੀ ਗੋਰਖਨਾਥ ਹੋਣਾ ਤੋਂ ਵੀ ਇਹ ਮਹਾਨ ਆਪਣੇ ਆਪ ਨੂੰ ਮੰਨਦਾ ਵੀ ਮੈਂ ਮਹਾਨ ਆ, ਗੋਰਖਨਾਥ ਤੋਂ ਵੀ ਜ਼ਿਆਦਾ ਮਹਾਨ ਆ। ਮਤਲਬ ਮਾਲਕ ਜੀ ਦੇ ਕਹਿਣ ਦਾ ਭਾਵ ਇਹ ਸੀ ਕਿ ਜਿੰਨਾ ਮਾਣ ਗੋਰਖਨਾਥ ਕੋਲ ਸੀ, ਜਿੰਨਾ ਭੰਗਰਨਾਥ ਕੋਲ, ਲੰਗਰਨਾਥ ਕੋਲ, ਸ਼ੰਕਰਨਾਥ ਕੋਲ, ਉਹ ਸਾਰੇ ਜਿੰਨੇ ਸਨ, ਜਿੰਨਾ ਮਾਣ ਉਹਨਾਂ ਕੋਲ ਸੀ, ਇਹ ਇਹਨਾਂ ਸਾਰਿਆਂ ਤੋਂ ਵੱਧ ਗਿਆ ਹੈ ਤੇ ਆਪਣੇ ਆਪ ਨੂੰ ਕੀ ਸਮਝਦਾ ਵੀ ਮੈਂ ਸਾਰਿਆਂ ਤੋਂ ਵੱਡਾ ਹਾਂ। ਇਹਨੇ ਵੀ ਇਹ ਸਾਰਿਆਂ ਤੋਂ ਆਪਣੇ ਆਪ ਨੂੰ ਮਹਾਨ ਜਾਣਦਾ ਹੈ। ਭੇਖਤ ਰਹਾ ਤਨ ਸਿੱਧਨ ਕੋ ਤਿਨ ਤੇ ਏਕੋ ਪਦ ਉੱਚ ਸੁਜਾਨਾ। ਇਹਨੇ ਭੇਖ ਧਾਰਨ ਕੀਤਾ ਹੋਇਆ ਸਿੱਧਾਂ ਵਾਲਾ, ਔਰ ਭੇਖ ਧਾਰਨ ਕਰਕੇ ਨਾ ਸਿੱਧਾਂ ਵਾਲਾ ਤੇ ਨਾਲੇ ਕਹਿੰਦੇ ਵੀ ਤਿੰਨ ਤੇ ਇੱਕੋ ਪਦ ਉੱਚ ਸੁਜਾਨਾ, ਵੀ ਇਹ ਪਦ ਵੀ ਆਪਣੇ ਆਪ ਨੂੰ ਸਮਝਦਾ ਵੀ ਮੈਂ ਉਹਨਾਂ ਤੋਂ ਉੱਚੀ ਅਵਸਥਾ ਦਾ ਮਾਲਕ ਹਾਂ। ਇਹਨੇ ਸਿੱਧਾਂ ਵਾਲਾ ਭੇਖ ਵੀ ਧਾਰਿਆ ਹੈ। ਜੇ ਮਨ ਵਿੱਚ ਵਿਕਾਰ ਅਜੇ ਸਭ ਜੀਤ ਪਲੇ ਤਿਨ ਖੋਜ ਮਿਟਾਨਾ। ਪਰ ਅਜੇ ਇਹਦੇ ਮਨ ਵਿੱਚਲੇ ਜਿਹੜੇ ਵਿਕਾਰ ਨੇ ਨਾ, ਉਹ ਵਿਕਾਰਾਂ ਨੂੰ ਅਜੇ ਇਹਨੇ ਛੱਡਿਆ ਨਹੀਂ। ਸਿੱਧ ਤੇ ਹੈ ਵੀ ਇਹ ਨਹੀਂ ਵੀ ਸਿੱਧ ਨਹੀਂ ਹੈ, ਸਿੱਧ ਹੈ, ਪਰ ਮਨ ਵਿੱਚਲੇ ਵਿਕਾਰਾਂ ਤੋਂ ਅਜੇ ਤੱਕ ਇਹਨੇ ਤਿਆਗ ਨਹੀਂ ਕੀਤਾ। ਪੂਰਨ ਸੰਤ ਨਸਾਏ ਕੇ ਆਪ ਕੋ ਮਨ ਵਿਹੀਨ ਪਇਓ ਸੁਖ ਮਨ। ਤੇ ਜਿਸ ਦਿਨ ਇਹ ਮਾਨ ਤੋਂ ਬਹੀਨ ਹੋਏਗਾ ਉਸੇ ਦਿਨ ਹੀ ਸੁੱਖ ਮਿਲੇਗਾ, ਉਸੇ ਦਿਨ ਹੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਸਕੂਨ ਜਿਹੜਾ ਉਹ ਮਿਲੇਗਾ। ਬੂਝੇ ਮਰਦਾਨਾ ਉੱਚ ਬਖਾਨਾ ਕਿਉਂ ਗੋਰਖ ਗੁਰੂ ਕੀਨਾ। ਸਤਿਗੁਰੂ ਜੀ ਕਹਿੰਦੇ ਸੀ ਨਾ ਵੀ ਉਹਨਾਂ ਤੋਂ ਵੀ ਮਹਾਨ ਹੈ ਭਾਈ ਮਰਦਾਨਾ ਜੀ, ਕਹਿੰਦੇ ਵੀ ਜੇ ਉਹਨਾਂ ਤੋਂ ਵੱਡਾ ਹੈ ਗੋਰਖਨਾਥ, ਉਹਨਾਂ ਤੋਂ ਵੀ ਵੱਡਾ ਹੈ, ਫਿਰ ਇਹਨੇ ਗੋਰਖਨਾਥ ਨੂੰ ਗੁਰੂ ਕਿਉਂ ਧਾਰਨ ਕੀਤਾ? ਵੀ ਜੇ ਉਹਨਾਂ ਤੋਂ ਵੀ ਮਹਾਨ, ਉਹਨਾਂ ਤੋਂ ਵੀ ਵੱਡਾ ਹੈ, ਤੇ ਫਿਰ ਇਹਨੇ ਗੋਰਖਨਾਥ ਉਹਨਾਂ ਨੂੰ ਗੁਰੂ ਧਾਰਨ ਕਿਉਂ ਕੀਤਾ ਹੈ? ਜੋ ਨਿਜ ਤੇ ਲਗ ਕਸ ਪਾਤੈ ਸਿਖ ਕਸ ਵੇਖ ਸਿੱਧ ਕੋ ਲੀਨਾ। ਵੀ ਜੇ ਇਹ ਉਹਨਾਂ ਤੋਂ ਵੱਡਾ ਹੈ ਤੇ ਫਿਰ ਆਪਣੇ ਤੋਂ ਛੋਟੇ ਨੂੰ ਸਿੱਖ ਕਿਵੇਂ, ਆਪਣੇ ਤੋਂ ਛੋਟੇ ਦਾ ਸਿੱਖ ਕਿਵੇਂ ਬਣ ਗਿਆ, ਜਾਂ ਉਹਨਾਂ ਦੇ ਅਧੀਨ ਇਹ ਕਿਵੇਂ ਆਇਆ ਹੈ? ਸ੍ਰੀ ਗੁਰੂ ਬਤਾਈ ਮੰਗਲ ਪਾਖਤ ਆਪਣੇ ਪੰਥ ਕੀਨਤਾ ਐਸੇ ਕਹੀ ਨਹਿ ਜਾਈ। ਤੇ ਉਸ ਵਕਤ ਨਾ ਫਿਰ ਜਿਹੜਾ ਜ਼ਿਕਰ ਕੀਤਾ ਉੱਥੇ ਕਵੀ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਕਹਿੰਦੇ ਮਰਦਾਨਾ ਜੀ ਕਿਸੇ ਪ੍ਰਕਾਰ ਵੀ ਇਹ ਆਪਣੇ ਪੰਥ ਦੀ ਜਿਹੜੀ ਛੁਟਿਆਈ ਹੈ ਨਾ, ਪੰਥ ਦਾ ਜਿਹੜਾ ਨੀਵਾਂਪਨ ਹੈ, ਉਹਨੂੰ ਕਦੇ ਵੀ ਇਹ ਵਿਖਿਆਨ ਨਹੀਂ ਕਰਦੇ। ਸਾਚ ਕੋ ਗੂਰ ਕਹੇ ਜਗ ਜੇ ਨਰ ਪੁੰਜ ਲਗੇ ਅਗਪਨ ਭਲਾਈ। ਜੇ ਕੋਈ ਸੱਚ ਨੂੰ ਝੂਠ ਆਖਦਾ ਹੈ ਤੇ ਝੂਠ ਨੂੰ ਸੱਚ ਆਖਦਾ ਹੈ, ਤੇ ਇਹ ਜਗਤ ਦੇ ਅੰਦਰ ਮਨ ਨੂੰ ਸਭ ਤੋਂ ਬੁਰਾ ਕਰਮ ਕਹਿ ਸਕਦੇ ਹਾਂ, ਸੱਚ ਨੂੰ ਝੂਠ ਕਹਿਣਾ ਤੇ ਝੂਠ ਨੂੰ ਸੱਚ ਆਖਣਾ। ਸੱਚ ਕੋ ਕੂਲ ਕਹੋ ਜਗ ਜੇ ਨਰ, ਜੇ ਕੋਈ ਮਨੁੱਖ ਸੱਚ ਨੂੰ ਝੂਠ ਕਹਿ ਰਿਹਾ ਪੁੰਜ ਲਗੇ ਅਗ ਪੁੰਨ ਭਲਾਈ, ਮਨ ਨੂੰ ਵੀ ਉਹ ਆਪਣੇ ਸਾਰਾ ਜਿਹੜੇ ਨਾ ਅਗ ਸਿਰ ਮੌਰ ਅਗ ਆਪਣੇ ਜੀਵਨ ਅੰਦਰ ਉਹ ਕਮਾਉਂਦਾ ਹੈ। ਸਭ ਆਗਮ ਸਭ ਮਤ ਜਿਤੇ ਭਖਤ ਸਭ ਹੈ ਪੁਰਾਨਾ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜਾਂ ਜਿੰਨੇ ਵੀ ਭਲੇ ਪੁਰਸ਼ ਨੇ, ਉਹ ਸਾਰੇ ਜਦੋਂ ਵਿਖਿਆਨ ਕਰਦੇ ਹਨ ਸੱਚ ਸਮਾਨ ਨ ਪੁੰਨ ਕੋ ਪਾਪ ਨ ਝੂਠ ਸਮਾਨਾ। ਵੀ ਸਾਰਿਆਂ ਤੋਂ ਭਲਾ ਕਰਮ ਹੈ ਸੱਚ, ਸੱਚ ਦੇ ਆਸਰੇ ਚੱਲਣਾ, ਸੱਚ ਦੇ ਸਹਾਰੇ ਰਹਿਣਾ ਤੇ ਸੱਚ ਬੋਲਣਾ, ਔਰ ਸਭ ਤੋਂ ਬੁਰਾ ਕਰਮ ਹੈ ਝੂਠ ਦੇ ਆਸਰੇ ਰਹਿਣਾ, ਝੂਠ ਨੂੰ ਬੋਲਣਾ ਔਰ ਝੂਠ ਜ਼ਿੰਦਗੀ ਵਿੱਚ ਕਮਾਉਣਾ। ਇਹ ਹਰ ਭਲਾ ਪੁਰਸ਼ ਤੇ ਹਰ ਧਾਰਮਿਕ ਗ੍ਰੰਥ ਸਿੱਖਿਆ ਦਿੰਦੇ ਹਨ। ਕਹੋ ਨਹਿ ਕੈਸਾ ਉਹ ਹੈ ਜੋ ਜੈਸਾ ਤੈਸਾ ਜਬ ਆਵੇ ਕੋ ਨਿਕਟ ਤਬ ਦੇਖ ਲੀਜੇ ਤਾਹੀ ਕੋ। ਸਤਿਗੁਰੂ ਕਹਿੰਦੇ ਵੀ ਉਹ ਕੈਸੇ ਨੇ ਕੈਸੇ ਨਹੀਂ, ਵੀ ਮੈਂ ਆਪ ਜੀ ਨੂੰ ਕਿਵੇਂ ਦੱਸਾਂ? ਕਹੋ ਨਹਿ ਕੈਸਾ, ਵੀ ਅਸੀਂ ਆਖਾਂਗੇ ਨਹੀਂ ਉਹ ਕਿਦਾਂ ਦਾ, ਉਹ ਵੈਸੋ ਜੈਸਾ ਤੈਸਾ, ਉਹ ਜਿੱਦਾਂ ਦਾ ਵੀ ਹੈ। ਜਦੋਂ ਨੇੜੇ ਆਉਣਗੇ, ਇਹਦੀ ਗੱਲ ਕਰ ਰਹੇ ਹੁਣ ਸ਼ੰਭੂਨਾਥ ਦੀ, ਵੀ ਜਦੋਂ ਨੇੜੇ ਆਉਣਗੇ ਤੁਸੀਂ ਆਪੇ ਹੀ ਵੇਖ ਲੈਣਾ ਕਿ ਸ਼ੰਭੂਨਾਥ ਕੈਸੇ ਹਨ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੁਖ ਹੈ ਇਹ ਗੁਪ ਪਖ ਰਖ ਤੋ ਸੋ ਨਾਨਕ ਕਿਰਾਹੀ ਕੋ। ਉੱਥੇ ਹੁਣ ਜਾ ਕੇ ਜਦੋਂ ਮੰਗਲਨਾਥ ਨੇ ਦੱਸਿਆ ਨਾ, ਸਾਰਾ ਕੁਝ ਨਿਸ਼ਚਿਤ ਕਰਤਾ। ਮੰਗਲਨਾਥ ਨੇ ਜਾ ਕੇ ਗੋਰਖਨਾਥ ਸਿੱਖਾਂ ਦੀ ਮੰਡਲੀ ਦੇ ਵਿੱਚ ਹੀ ਜਾ ਕੇ ਕਹਿਤਾ ਵੀ ਆਪਣਾ ਸਭ ਤੋਂ ਵੱਡਾ ਭੈੜਾ ਕਰਮ ਆਪਾਂ ਕਮਾ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੂੰ ਆਪਣੇ ਤੋਂ ਛੋਟਾ ਸਮਝਦੇ। ਉਹ ਆਪਣੇ ਤੋਂ ਬਹੁਤ ਵੱਡੇ ਨੇ ਤੇ ਆਪਾਂ ਉਹਨਾਂ ਨੂੰ ਸਿੱਖ ਨਹੀਂ ਬਣਾ ਸਕਦੇ। ਭਲਾਈ ਆਪਣੀ ਇਸੇ ਵਿੱਚ ਹੈ ਕਿ ਆਪਾਂ ਉਹਨਾਂ ਦੇ ਸੇਵਕ ਬਣ ਜਾਈਏ। ਮੰਗਲਨਾਥ ਨੇ ਇਹ ਗੱਲ ਆਖੀ, ਗੋਰਖਨਾਥ ਪਹਿਲਾਂ ਜਾਣਦਾ ਸੀ। ਹੁਣ ਜਿਹੜਾ ਇਹ ਸ਼ੰਭੂਨਾਥ ਸੀ ਨਾ, ਇਹਨੇ ਗੋਰਖਨਾਥ ਨੂੰ ਕ੍ਰੋਧ ਚ ਬਚਨ ਕਰੇ, ਤੇ ਕ੍ਰੋਧ ਚ ਬਚਨ ਪਤਾ ਕੀ ਕਹਿੰਦਾ? ਕਹਿੰਦਾ ਗੋਰਖਨਾਥ ਜੀ ਮੈਨੂੰ ਤੇ ਇਹ ਲੱਗਦਾ ਹੈ ਵੀ ਜਿਵੇਂ ਆ ਮੰਗਲਨਾਥ ਜਿਹੜਾ ਨਾ, ਇਹ ਉਹਨਾਂ ਦੇ ਧਰਮ ਦਾ ਪ੍ਰਚਾਰ ਕਰਨ ਲੱਗ ਗਿਆ। ਸੌਖੇ ਜਿਹੇ ਲਫ਼ਜ਼ ਵੀ ਇਹ ਉਹਨਾਂ ਦੇ ਪੰਥ ਦਾ ਹੁਣ ਰਾਹੀ ਮੈਨੂੰ ਲੱਗ ਰਿਹਾ, ਵੀ ਇਹ ਉਹਨਾਂ ਦੇ ਪੰਥ ਦੀ ਆਵਾਜ਼ ਬੋਲ ਰਿਹਾ, ਇਹ ਨਾਨਕ ਜੀ ਦੀ ਆਵਾਜ਼ ਉਹਨਾਂ ਦੇ ਬਚਨ ਬੋਲ ਰਿਹਾ। ਮੈਨੂੰ ਲੱਗਦਾ ਹੈ ਵੀ ਇਹ ਉਹਨਾਂ ਦੇ ਪ੍ਰਭਾਵ ਅਧੀਨ ਆ ਗਿਆ, ਕਿਉਂਕਿ ਇਹ ਬੋਲੀ ਉਹਨਾਂ ਵਾਲੀ ਬੋਲ ਰਿਹਾ ਵੀ ਉਹ ਅਸੀਂ ਉਹਨਾਂ ਨੂੰ ਸੇਵਕ ਨਹੀਂ ਬਣਾ ਸਕਦੇ, ਅਸੀਂ ਉਹਨਾਂ ਦੇ ਸੇਵਕ ਬਣਾਂਗੇ ਤੇ ਸਾਡਾ ਭਲਾ। ਵੀ ਇਹ ਬੋਲੀ ਉਹਨਾਂ ਵਾਲੀ ਬੋਲ ਰਿਹਾ ਹੈ। ਇਹ ਲੱਗਦਾ ਹੈ ਵੀ ਇਹਨੇ ਨਾ ਜਦ ਇਹ ਗੋਪ ਪੱਖ ਰੱਖ ਸੋ ਨਾਨਕ ਕੇ ਰਾਹ ਕੋ, ਇਹ ਨਾਨਕ ਜੀ ਦੇ ਰਾਹ ਦਾ ਪੱਖ ਰੱਖ ਰਿਹਾ ਹੈ। ਜਾਣਿਓ ਜੇ ਵਡੇਰੇ ਆ ਬਚੇ ਲੋ ਜਾਏ ਹੋਵੇ ਤਾਂ ਕੋ ਸਿੱਧ ਵੇਖਦ ਜਈ ਹਾਂ ਵਰਜਤ ਨਾਹੀ ਕੋ। ਤੇ ਫਿਰ ਉਹ ਗੁੱਸੇ ਨੂੰ ਪਤਾ ਕੀ ਆਖਦਾ ਹੈ? ਕਹਿੰਦਾ ਵੀ ਜੇ ਏਡੇ ਹੀ ਵੱਡੇ ਨੇ ਉਹ, ਜਾਣਿਓ ਜੇ ਵੱਡੇਰੋ ਅਬ, ਵੀ ਤੁਸੀਂ ਜਾਣ ਹੀ ਲਿਆ ਵੀ ਜੇ ਵੱਡੇ ਨੇ, ਤੇ ਫਿਰ ਚਲੋ ਚੱਲ ਕੇ ਉਹਦੇ ਚੇਲੇ ਬਣ ਜਾਓ। ਇੱਥੇ ਕੀ ਕਰ ਰਹੇ ਹੋ? ਇੱਥੇ ਬੈਠ ਕੇ ਕੀ ਕਰਨਾ? ਜਾ ਕੇ ਉਹਨਾਂ ਦੇ ਚੇਲੇ ਬਣੋ, ਔਰ ਉਹਨਾਂ ਦੇ ਚੇਲੇ ਬਣ ਕੇ ਤੇ ਆ ਜੋਗ ਮਤ ਜਿਹੜਾ ਛੱਡ ਦਿਓ, ਜੋਗ ਵਾਲਾ ਪਹਿਰਾਵਾ ਵੀ ਲਾ ਦਿਓ, ਜੋਗ ਮਤ ਵੀ ਛੱਡ ਦਿਓ, ਸਾਰਾ ਕੁਝ ਤਿਆਗ ਦਿਓ, ਔਰ ਤਿਆਗ ਕੇ ਉੱਥੇ ਜਾ ਕੇ ਉਹਨਾਂ ਦੇ ਅਧੀਨ ਰਹੋ। ਤੁਹਾਨੂੰ ਕੋਈ ਕਿਸੇ ਪ੍ਰਕਾਰ ਨਹੀਂ ਰੋਕੇਗਾ, ਆਪ ਜੀ ਉੱਥੇ ਬੇਝਿਜਕ ਹੋ ਕੇ ਜਾ ਸਕਦੇ ਹੋ तो देख ली नो जाए पली वेद बाद कीनो जिन्हें हम जैसे कहे हो तैसे वेद बाही को। ਮੰਗਲਨਾਥ ਜੀ ਕਹਿੰਦੇ ਸ਼ੰਭੂਨਾਥ ਜੀ ਮੈਂ ਪੱਖ ਨਹੀਂ ਲਗਾ ਰਿਹਾ, ਮੈਂ ਤੇ ਗਿਆ ਸਾਂ, ਜਾ ਕੇ ਜੋ ਵੇਖਿਆ ਜਿਵੇਂ ਮਹਿਸੂਸ ਕੀਤਾ ਉਹ ਆ ਕੇ ਮੈਂ ਦੱਸਦਾ। ਨਾ ਮੈਂ ਉਹਨਾਂ ਦਾ ਪੱਖ ਰੱਖਿਆ ਤੇ ਨਾ ਮੈਂ ਤੁਹਾਡਾ। ਜੋ ਆਪਣੀਆਂ ਅੱਖਾਂ ਨਾਲ ਤੇ ਜੋ ਆਪਣੇ ਮਨ ਵਿੱਚ ਮੈਂ ਜਾਣਿਆ ਉਹ ਸਭ ਕੁਝ ਆ ਕੇ ਬਿਨਾਂ ਕਿਸੇ ਭੇਦਭਾਵ ਤੋਂ ਸਾਰਾ ਕੁਝ ਮੈਂ ਇੱਥੇ ਦੱਸਿਆ ਹੈ। मंगल कहत सोन शंभुनाथ तेरे कहे होत न है घाट पान उल्लू जी बजानिए। ਫਿਰ ਨਾਲੇ ਮੰਗਲਨਾਥ ਜੀ ਨੇ ਇਹ ਵੀ ਕਿਹਾ, ਕਹਿੰਦੇ ਸ਼ੰਭੂਨਾਥ ਜੀ ਰਹੀ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ, ਤੇਰੇ ਕਿਆ ਘਰ ਨਹੀਂ ਜਾਣੀ, ਤੂੰ ਜਿੰਨਾ ਮਰਜ਼ੀ ਕਹੀ ਚੱਲ ਆਪਣੇ ਆਪ ਨੂੰ ਵੱਡਾ ਤੇ ਗੁਰੂ ਨਾਨਕ ਸਾਹਿਬ ਨੂੰ ਛੋਟਾ, ਤੂੰ ਜਿੰਨਾ ਮਰਜ਼ੀ ਆਖੀ ਚੱਲ, ਤੇਰੇ ਕਿਆ ਗੁਰੂ ਨਾਨਕ ਸਾਹਿਬ ਨੇ ਛੋਟੇ ਨਹੀਂ ਹੋ ਜਾਣਾ। ਉਹ ਤੇ ਉਸੇ ਤਰ੍ਹਾਂ ਹੀ ਨੇ ਜਿਵੇਂ ਸੂਰਜ ਚਮਕਦਾ ਹੈ, ਗੁਰੂ ਨਾਨਕ ਸਾਹਿਬ ਦੀ ਸ਼ੋਭਾ ਉਸੇ ਤਰ੍ਹਾਂ। ਉੱਲੂ ਦਿਨ ਚੜੇ ਉੱਤੇ ਸੂਰਜ ਦੀ ਰੋਸ਼ਨੀ ਪੈਣ ਦੇ ਉੱਤੇ ਉਹ ਕਹਿਣ ਲੱਗ ਜਾਂਦਾ ਕਿ ਸੂਰਜ ਦੀ ਲੋ ਘਟ ਗਈ ਹੈ, ਤੇ ਉਹਦੇ ਕਿਆ ਲੋ ਘਟਦੀ ਨਹੀਂ, ਸੂਰਜ ਤੇ ਉਸੇ ਤਰ੍ਹਾਂ ਹੀ ਚਮਕਦਾ ਹੈ। ਤੇ ਉੱਲੂ ਆਪ ਖੁਦ ਹਨੇਰੇ ਵਿੱਚ ਰਹਿਣਾ ਗਿਰ ਚੁੱਕਾ, ਤੇ ਸ਼ੰਭੂਨਾਥ ਜੀ ਮੈਨੂੰ ਇਉਂ ਹੀ ਮਹਿਸੂਸ ਹੋ ਰਿਹਾ ਵੀ ਸੂਰਜ ਚੜ ਆਇਆ, ਭਾਵ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਪ੍ਰਗਟ ਹੋ ਰਹੀ ਹੈ, ਤੇ ਤੁਹਾਡੀਆਂ ਅੱਖਾਂ ਝੁੰਡਿਆ ਰਹੀਆਂ ਨੇ, ਤੁਹਾਨੂੰ ਹਨੇਰਾ ਨਜ਼ਰ ਆਉਣ ਲੱਗਾ ਹੈ। जोगी जोग नहीं होए पलो तंग बुरे पाखे बुझ देख सिद्ध नुक कैसे बेबखानिए। ਔਰ ਉਹ ਤੋਂ ਬਾਅਦ ਆਖਦੇ ਕਹਿੰਦੇ ਵੀ ਜਿਵੇਂ ਵੀ
ਜੋਗੀ ਜੋਗ ਨਹੀਂ ਹੋਏ ਭਲੋ ਤਾਕੋ ਬੁਰੇ ਪੱਖ ਹੈ। ਕਹਿੰਦੇ ਵੀ ਸਾਡਾ ਜੋਗ ਇਹ ਨਹੀਂ ਕਹਿੰਦਾ ਵੀ ਜਿਹੜਾ ਭਲਾ ਹੋਇਆ ਸੀ ਉਹਨੂੰ ਬੁਰਾ ਆਖੀਏ। ਸਾਡਾ ਜੋਗ ਇਹ ਥੋੜੀ ਸਿਖਾਉਂਦਾ ਵੀ ਜਿਹੜਾ ਸਾਡੇ ਸਾਹਮਣੇ ਚੰਗਾ ਹੋਵੇ ਅਸੀਂ ਉਹਨੂੰ ਵੀ ਮਾੜਾ ਕਹਿਣਾ। ਸਾਡਾ ਜੋਗ ਇਹ ਸਿਖਾਉਂਦਾ ਜੋ ਚੰਗਾ ਉਹਨੂੰ ਚੰਗਾ ਆਖੋ ਤੇ ਜੋ ਮਾੜਾ ਉਹਨੂੰ ਮਾੜਾ ਆਖੋ। ਸਾਡਾ ਜੋਗ ਸਾਨੂੰ ਇਹ ਸਿਖਾਉਂਦਾ ਹੈ ਤੇ ਬੁੱਝੇ ਦੇਖ ਸਿੱਧ ਲਵੋ ਕੈਸੇ ਕਹਿ ਬਖਾਨੀ ਹੈ ਬਿਨਾ ਬੁੱਝਿਆ ਬਿਨਾ ਜਾਣਿਆ ਸ਼ੰਭੂਨਾਥ ਜੀ ਤੁਸੀਂ ਕਿਵੇਂ ਆਖ ਸਕਦੇ ਹੋ। ਚੇਲੇ ਹੋਏ ਵਾਰ ਵਾਰ ਗਹੀਏ ਰੇ ਨਾਰਦਾਂ ਕੀ ਸੰਤ ਆਗੇ ਸੰਤ ਨੀ ਵੇ ਚੋਰ ਚੋਰ ਮਾਨੀਏ। ਕਹਿੰਦੇ ਵੀ ਮੈਂ ਤੇ ਜਿਵੇਂ ਜਾਣਿਆ ਮੈਂ ਤੇ ਉਹਨਾਂ ਦਾ ਵਾਰ-ਵਾਰ ਚੇਲਾ ਹੋਵਾਂ ਉਹਨਾਂ ਨੂੰ ਕੁਰਬਾਨ ਜਾਵਾਂ। ਮੈਂ ਤੇ ਚਾਹੁੰਦਾ ਵੀ ਉਹਨਾਂ ਦੀ ਰੇਨਾਰ ਉਹਨਾਂ ਦੀ ਚਰਨ ਧੂੜੀ ਮੈਨੂੰ ਮਿਲੇ। ਮੰਗਲਨਾਥ ਜੀ ਕਹਿ ਰਹੇ ਤੇ ਕਹਿੰਦੇ ਸੰਤ ਆ ਗਿਆ ਸੰਤ ਭਲੇ ਪੁਰਸ਼ ਅਗੇ ਭਲਾ ਪੁਰਸ਼ ਹੀ ਮਿਲਦਾ ਤੇ ਚੋਰ ਨੂੰ ਚੋਰ ਹੀ ਮਿਲਦਾ। ਜਿੱਦਾਂ ਦੀ ਬਿਰਤੀ ਉਦਾਂ ਦੀ ਪਰਸਨ ਨਾਲ ਬਣੇਗੀ ਨਾ। ਜੇ ਕੋਈ ਭਲਾ ਤੇ ਉਹਦੀ ਭਲੇ ਪੁਰਸ਼ ਨਾਲ ਬਣੇਗੀ, ਜੇ ਕੋਈ ਠੱਗ ਹੈ ਤੇ ਉਹਦੀ ਠੱਗ ਨਾਲ ਬਣਨੀ, ਤੇ ਜੇ ਕੋਈ ਚੋਰ ਹੈ ਉਹਦੀ ਚੋਰ ਨਾਲ ਬਣਨੀ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਬਾਣੀ ਚ ਉੜਦੇ ਕੋ ਉੜਦਾ ਮਿਲੇ ਤੁਰਦੇ ਕੋ ਤੁਰਦਾ। ਹੁਣ ਜੇ ਕੋਈ ਉੱਡਣ ਵਾਲਾ ਤੇ ਉਹਨੂੰ ਉੱਡਦੇ ਹੀ ਮਿਲਣਗੇ ਤੇ ਜੇ ਕੋਈ ਤੁਰਨ ਵਾਲਾ ਉਹ ਕਹੇ ਮੈਨੂੰ ਉੱਡਣ ਵਾਲਾ ਮਿਲਦੇ ਨਹੀਂ ਉਹਨੂੰ ਤੁਰਦਾ ਹੀ ਮਿਲਣਾ। ਜੇ ਕੋਈ ਚੋਰ ਹੈ ਤੇ ਉਹਨੂੰ ਨਜ਼ਰੀਆ ਨਾ ਆਪਣਾ ਆਪਣਾ। ਹੁਣ ਜੇ ਕੋਈ ਚੋਰ ਹੈ ਉਹਨੂੰ ਪਤਾ ਮੇਰਾ ਨਜ਼ਰੀਆ ਕੀ ਹੈ, ਉਹਨੇ ਹਰ ਕੰਮ ਚ ਚੋਰੀ ਲੱਭਣੀ ਵੀ ਕਿੱਦਾਂ ਕਰ ਸਕਦਾ। ਹੁਣ ਦੂਜਾ ਮਨੁੱਖ ਭਾਵੇਂ ਦੇ ਨਹੀਂ ਲੱਗਾ ਹੋਵੇ ਦਾਨ ਹੀ ਕਰਨ ਲੱਗਾ ਹੋਵੇ ਕੀ ਨਜ਼ਰੀਆ ਪਾਏਗਾ ਨਜ਼ਰੀਆ ਕੀ ਆ ਫਿਰ ਇਹ ਵੀ ਚੋਰੀ ਕਰਨ ਲੱਗਾ ਹੋਵੇਗਾ ਇਹ ਵੀ ਚੋਰੀ ਕਰਨੀ ਹੈ ਨਜ਼ਰੀਆ ਉਹ ਬਣ ਚੁੱਕਾ। ਤੇ ਜਿਹੜਾ ਦਾਨੀ ਹੈ ਉਹ ਜਦੋਂ ਵੇਖੇਗਾ ਉਹਨੂੰ ਪਤਾ ਵੀ ਮੇਰੀ ਬਿਰਤੀ ਦਾਨ ਕਰਨ ਵਾਲੀ ਹੈ। ਉਹ ਭਾਵੇਂ ਚੋਰ ਕੋਈ ਚੋਰੀ ਕਰਨ ਲੱਗਾ ਹੋਵੇ ਉਹ ਕੀ ਆਖੇਗਾ ਲੱਗਦਾ ਦਾਨ ਕਰ ਰਿਹਾ ਬਿਰਤੀ ਉਹਨਾਂ ਦੀ। ਚੋਰ ਨੂੰ ਚੋਰ ਦਿਸਣੇ ਸਾਧ ਨੂੰ ਸਾਧ ਦਿਸਣਗੇ। ਭਲੇ ਪੁਰਸ਼ ਨੂੰ ਹਰ ਇੱਕ ਭਲਾ ਨਜ਼ਰੀ ਪਏਗਾ ਤੇ ਜਿਹੜਾ ਬੁਰਾ ਹੈ ਉਹਨੂੰ ਹਰ ਕੋਈ ਬੁਰਾ ਹੀ ਨਜ਼ਰੀ ਪਏਗਾ। ਜਿਵੇਂ ਸਤਿਗੁਰੂ ਜੀ ਜ਼ਿਕਰ ਕਰਦੇ ਨਾ ਬਾਣੀ ਦੇ ਵਿੱਚ ਤੇ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਦੇ ਹੋ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ ਮੈਨੂੰ ਛੱਡ ਕੇ ਸਾਰੇ ਭਲੇ ਨੇ। ਜਿਹਨੂੰ ਐਸਾ ਕਰ ਬੂਝੇਗਾ ਜਿਹਨੇ ਇੰਨਾ ਕਰਕੇ ਬੁੱਝ ਲਿਆ ਜਾਣ ਮੀਤ ਹਮਾਰਾ ਸੋਏ ਕਹਿੰਦੇ ਉਹ ਮੇਰਾ ਮਿੱਤਰ ਹੈ। ਹੁਣ ਗੱਲ ਤੇ ਨਜ਼ਰੀਆ ਦੀ ਹੈ। ਜਦੋਂ ਨਜ਼ਰੀਆ ਚੰਗਾ ਹੋਏਗਾ ਤੇ ਸਾਰੇ ਚੰਗੇ, ਜਦੋਂ ਨਜ਼ਰੀਆ ਮਾੜਾ ਹੋ ਗਿਆ ਸਾਰੇ ਮਾੜੇ। ਗੱਲ ਤੇ ਸਾਡੇ ਨਜ਼ਰੀਏ ਤੇ ਨਿਰਭਰ ਕਰਦੀ ਹੈ। ਹੁਣ ਜਿਹੜਾ ਮੰਗਲਨਾਥ ਸੀ ਉਹਨਾਂ ਦਾ ਨਜ਼ਰੀਆ ਸੀ ਭਲਾ, ਉਹਨਾਂ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਜੀ ਭਲੇ ਨੇ। ਤੇ ਜਿਹੜਾ ਸ਼ੰਭੂਨਾਥ ਹੈ ਇਹਦੇ ਅੰਦਰ ਹੰਕਾਰ ਬੋਲਦਾ ਤੇ ਜਿਹੜਾ ਹੰਕਾਰ ਸੀ ਉਹ ਕਹਿੰਦਾ ਵੀ ਮੈਂ ਹੀ ਭਲਾ ਹਾਂ ਉਹ ਥੋੜੀ ਭਲੇ ਨੇ। ਮੈਂ ਸਿੱਧ ਮੈਂ ਜੋਗੀ ਇੰਨੀ ਉਮਰ ਲੰਘ ਗਈ ਉਹ ਤੇ ਹਲੇ ਬਲਕ ਹੈ। ਮੈਂ ਉਹਨਾਂ ਨੂੰ ਗੁਰੂ ਕਿਵੇਂ ਮੰਨਣਾ, ਉਹਨਾਂ ਨੂੰ ਮੈਂ ਸਿੱਖ ਬਣਾਵਾਂਗਾ, ਉਹਨਾਂ ਨੂੰ ਆਪਣੇ ਅਧੀਨ ਕਰਾਂਗਾ, ਉਹਨਾਂ ਦੀ ਮੈਂ ਅਧੀਨਗੀ ਨਹੀਂ ਕਬੂਲਾਂਗਾ। ਔਰ ਉੱਥੇ ਮੰਗਲਨਾਥ ਜੀ ਕਹਿੰਦੇ ਚੋਰ ਹਮੇਸ਼ਾ ਦੂਜੇ ਨੂੰ ਵੀ ਚੋਰ ਹੀ ਮੰਨਦਾ ਹੈ। ਹੋਏ ਜੋ ਹੰਕਾਰੀ ਮਨ ਨਿਵੇ ਨਾ ਵਿਕਾਰੀ ਕਬ ਐਸੀ ਬਾਤ ਕੀ ਹੈ ਜੋ ਕਪੂਰੇ ਨਾ ਪਛਾਨੀਏ। ਫਿਰ ਉਹਨਾਂ ਆਖਿਆ ਕਹਿੰਦੇ ਜਿਹੜਾ ਮਨ ਕਰਕੇ ਹੰਕਾਰੀ ਹੋ ਜਾਂਦਾ ਨਾ ਉਹ ਕਦੇ ਨਿਭਦਾ ਨਹੀਂ ਹੈ, ਉਹ ਹਮੇਸ਼ਾ ਵਿਕਾਰੀ ਰਹਿੰਦਾ, ਵਿਕਾਰ ਦੇ ਵਿੱਚ ਹੀ ਫਸਿਆ ਰਹਿੰਦਾ। ਤੇ ਇਹ ਜਿਹੜੀ ਬਾਤ ਹੈ ਨਾ ਇਹ ਕਦੇ ਪੂਰੇ ਜੋਗ ਵਿੱਚ ਪਛਾਣੀ ਨਹੀਂ ਜਾਂਦੀ। शंभुनाथ लज्जत हवे से धनुष भुजे तब कैसी विध देखा तुम सब ही बताइए। ਸ਼ੰਭੂਨਾਥ ਬੜਾ ਲੱਜਤ ਹੋਇਆ, ਸ਼ਰਮਿੰਦਾ ਬਹੁਤ ਹੋਇਆ ਕਿਉਂਕਿ ਮੰਗਲਨਾਥ ਜੀ ਨੇ ਸਭ ਕੁਝ ਫਰੋੜ ਕੇ ਅੱਗੇ ਰੱਖਤਾ। ਉਹ ਕਹਿੰਦੇ ਅੱਛਾ ਫਿਰ ਇਦਾਂ ਕਰੋ ਜਿਹੜੀਆਂ ਵਿਧੀਆਂ ਤੁਸੀਂ ਸਾਰੀਆਂ ਵੇਖੀਆਂ ਜਿੱਦਾਂ ਤੁਸੀਂ ਉਹ ਸਾਰਾ ਨੂੰ ਵਿਸਥਾਰ ਸਹਿਤ ਸਾਨੂੰ ਦੱਸਣਾ ਕਰੋ। गोरख कहत तुम रार भाई घर में है हार आए ताते तार तोते लग होए जाए। ਔਰ ਉੱਥੇ ਨਾ ਗੋਰਖਨਾਥ ਜੀ ਹੁਣ ਬੋਲੇ ਕਿਉਂਕਿ ਮੰਗਲਨਾਥ ਜੀ ਤੇ ਸ਼ੰਭੂਨਾਥ ਆਪਸ ਵਿੱਚ ਬਹਿਸ ਕਰਨ ਲੱਗ ਪਏ। ਹੁਣ ਗੋਰਖਨਾਥ ਜੀ ਉਹ ਬੋਲੇ ਕਹਿੰਦੇ ਤੁਸੀਂ ਘਰ 'ਚ ਕਿਉਂ ਲੜਾਈ ਪਾਈ, ਤੁਸੀਂ ਘਰ ਦੇ ਵਿੱਚ ਝਗੜਾ ਕਿਉਂ ਪਾਇਆ, ਮਤਲਬ ਆਪਸ ਵਿੱਚ ਝਗੜਾ ਕਿਉਂ ਪਾਇਆ, ਹਾਰ ਆਏ ਤਾਂ ਤੇ ਨਹਿ ਬਾਤ ਕੋ ਕਲਾਈਏ ਕਿ ਜੇ ਤੁਸੀਂ ਉਹਦੇ ਕੋਲੋਂ ਹਾਰ ਆਏ ਹੋ ਹੁਣ ਕਿਸੇ ਪ੍ਰਕਾਰ ਦੀ ਬਾਤ ਜਿਹੜਾ ਉਹ ਨਾ ਕਰੋ। काहू की शरीकत न की जमन मान तार तोते लग होए जाए ताहि को हटाइए। ਤੇ ਉਹਨੇ ਸ਼ੰਭੂਨਾਥ ਕਿਉਂਕਿ ਪਿਛਲੇ ਜ਼ਮਾਨੇ 'ਚ ਆਪਾਂ ਵਿਚਾਰਦੇ ਆ ਵੀ ਗੋਰਖਨਾਥ ਕਹਿੰਦੇ ਮੈਂ ਜਾਣਦਾ ਪਰ ਇਹ ਹੰਕਾਰੀ ਬਹੁਤ ਹੋ ਚੁੱਕੇ ਇਸ ਕਰਕੇ ਉਹਨਾਂ ਸਾਹਮਣੇ ਭੇਜ ਰਿਹਾ। ਹੁਣ ਸ਼ੰਭੂਨਾਥ ਵੀ ਹੰਕਾਰੀ ਹੈ, ਗੋਰਖਨਾਥ ਜੀ ਉਹਦਾ ਹੰਕਾਰ ਕਰਾਉਣਾ ਚਾਹੁੰਦੇ। ਉਹਨੂੰ ਪਤਾ ਕੀ ਕਹਿੰਦੇ ਇਹਦੇ ਹਾਰ ਕੇ ਆ ਗਿਆ ਤਾਂ ਤੈਨੂੰ ਇੰਜ ਆਖ ਰਿਹਾ ਤੁਸੀਂ ਝਗੜਾ ਨਾ ਕਰੋ, ਤੁਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਦਿਓ ਤੇ ਉਹਨਾਂ ਨੂੰ ਛੋਟੇ ਤੇ ਜੇ ਉਹ ਤੁਹਾਡੇ ਤੋਂ ਛੋਟੇ ਨੇ ਤੇ ਫਿਰ ਤੁਸੀਂ ਜਾਓ ਜਾ ਕੇ ਉਹਨਾਂ ਨੂੰ ਪਿੱਛੇ ਮੋੜਾਓ ਉਥੋਂ ਮਗਰ ਹਟਾਇਆ ਉਹ। तुम ते विसार जी तली ने तत्काल देना अब लो न जाइए और कैसे को जनाइए। ਕਹਿੰਦੇ ਵੀ ਤੁਮ ਤੇ ਵਿਸ਼ਾਲ ਜੀਤ ਲੈਨੇ ਤਤਕਾਲ ਤੇ ਵੀ ਤੇਰੇ ਤੋਂ ਵੱਡੇ ਜਿੰਨੇ ਵੀ ਸੀ ਨਾ ਸਾਰੇ ਉਹ ਮੰਗਲਨਾਥ ਨੂੰ ਕਹਿੰਦੇ ਤੇਰੇ ਤੋਂ ਵੱਡੇ ਵੱਡੇ ਜਿੱਤ ਲਏ ਉਹਨਾਂ ਨੇ, ਹੁਣ ਇਹ ਸ਼ੰਭੂਨਾਥ ਦੀ ਜਾਣਗੇ ਇਹ ਉਹਨਾਂ ਨੂੰ ਜਿੱਤ ਕੇ ਆਉਣਗੇ। सिद्ध साधुओं को बात ऐसी कर चाहिए जो ऊंचे सब जाने नीचो अपमान कीजिए। ਔਰ ਨਾਲ ਉਹਨਾਂ ਇਹ ਆਖਿਆ ਗੋਰਖਨਾਥ ਜੀ ਨੇ, ਗੋਰਖਨਾਥ ਜੀ ਕਹਿੰਦੇ ਵੀ ਸ਼ੰਭੂਨਾਥ ਜੀ ਜਿਹੜੀ ਅਸਲ ਦੇ ਵਿੱਚ ਸਿੱਧ ਪਦਵੀ ਆ ਨਾ ਉਹ ਸਿੱਧ ਪਦਵੀ ਕੀ ਸਿਖਾਉਂਦੀ ਹੈ, ਆਪਣੇ ਆਪ ਨੂੰ ਨੀਵਾਂ ਰੱਖਣਾ। ਸਿੱਧ ਪਦਵੀ ਇਹ ਨਹੀਂ ਸਿਖਾਉਂਦੀ ਕਿ ਅਸੀਂ ਦੂਜਿਆਂ ਨੂੰ ਨੀਵਾਂ ਸਮਝੀਏ, ਸਿੱਧ ਪਦਵੀ ਸਿਖਾਉਂਦੀ ਹੈ ਕਿ ਉਹ ਸਾਡੇ ਤੋਂ ਉੱਚੇ ਨੇ ਤੇ ਅਸੀਂ ਉਹਨਾਂ ਤੋਂ ਨੀਵੇਂ ਹਾਂ। हो ही ज्ञानी ज्ञानी वट गुनी हो सुजानी जो ऐसे मन मानी सो त्याग मत दीजिए। ਜਿਹੜਾ ਧਿਆਨੀ ਗਿਆਨੀ ਗੁਣੀ ਹੁੰਦਾ ਹੈ ਕਹਿੰਦੇ ਵੀ ਉਹ ਗੁਣੀ ਧਿਆਨੀ ਗਿਆਨੀ ਉਹੀ ਹੁੰਦਾ ਹੈ ਜਿਹੜਾ ਆਪਣੇ ਮਨ ਦੇ ਵਿੱਚੋਂ ਮਾਣ ਵਾਲੀ ਬਿਰਤੀ ਦਾ ਤਿਆਗ ਕਰ ਦਿੰਦਾ ਹੈ। संत साध दीर्घ है दीर्घत दीर्घ है मान को विदारी सो निरंजन लहरीजिए। ਔਰ ਕਹਿੰਦੇ ਜਿਹੜਾ ਸੰਤ ਔਰ ਸਾਧ ਹੈ ਨਾ ਇਹ ਕੀ ਨੇ, ਦੀਰਘ ਹੈ, ਇਹ ਹਮੇਸ਼ਾ ਵੱਡੇ ਹੁੰਦੇ ਨੇ। ਦੀਰਘ ਤੇ ਦੀਰਘ ਹੈ ਉਹ ਵੱਡੇ ਤੋਂ ਵੱਡੇ ਹੁੰਦੇ ਨੇ। ਮਾਨ ਕੋ ਬਿਦਾਰੀ ਆਪਣੇ ਮਾਨ ਨੂੰ ਛੱਡ ਕੇ ਉਹਨਾਂ ਨੂੰ ਨਿਰੰਜਨ ਰੂਪ ਜਾਣਨਾ ਕਰੋ। सोने पर गुण नहीं कीजिए मत शर्माना ताको जस अगन में तन न फकीजिए। ਤੇ ਫਿਰ ਨਾਲੇ ਆਖਿਆ ਕਹਿੰਦੇ ਵੀ ਸੁਣਿਆ ਹੁਣ ਉਹਨੇ ਸੁਣਿਆ ਸ਼ੰਭੂਨਾਥ ਸਾਰਾ ਕੁਝ ਸੁਣ ਰਿਹਾ ਪਰ ਮੰਨਣ ਨੂੰ ਤਿਆਰ ਨਹੀਂ ਸੀ ਹੋ ਰਿਹਾ ਕਿਉਂਕਿ ਮਨ ਦਾ ਜਿਹੜਾ ਮਨ ਸੀ ਨਾ ਉਹ ਕਿਸੇ ਪਾਸੇ ਲੱਗਣ ਨਹੀਂ ਸੀ ਦੇ ਰਿਹਾ। ਹੁਣ ਜਿੰਨਾ ਜਸ ਸੁਣ ਰਹੇ ਸੀ ਗੁਰੂ ਨਾਨਕ ਗੋਰਖਨਾਥ ਜੀ ਕੋਲੋਂ ਮੰਗਲਨਾਥ ਜਿੰਨਾ ਜਸ ਸੁਣਿਆ ਉਹਨੇ ਉਹ ਸਾਰਾ ਇਉਂ ਲੱਗਦਾ ਸੀ ਵੀ ਜਿਵੇਂ ਅੰਦਰ ਅੱਗ ਲੱਗ ਰਹੀ ਹੋਵੇ, ਮੇਰੇ ਸਾਹਮਣੇ ਉਹਨਾਂ ਦੀ ਵਡਿਆਈ ਕੀਤੀ ਜਾ ਰਹੀ ਹੈ। होए गयो तब गोरख दूषण बैन सुने शंभुनाथ लजावा। ਹੁਣ ਜਦੋਂ ਸਾਰੇ ਬਚਨ ਮੰਗਲਨਾਥ ਜੀ ਕੋਲੋਂ ਗੋਰਖਨਾਥ ਜੀ ਕੋਲੋਂ ਸੁਣਾਉਣ ਤੋਂ ਬਾਅਦ ਨਾ ਗੋਰਖਨਾਥ ਜੀ ਵੀ ਚੁੱਪ ਧਾਰਨ ਕਰ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਸਿਹਤ ਤੇ ਅਸਰ ਕੋਈ ਨਹੀਂ। ਜਦੋਂ ਵੇਖਿਆ ਵੀ ਇਹਦੀ ਸਿਹਤ ਤੇ ਅਸਰ ਕੋਈ ਨਹੀਂ ਚੁੱਪ ਕਰ ਗਏ ਉਹ ਵੀ। ਸ਼ੰਭੂਨਾਥ ਲੱਜਾਵਾ ਬੜਾ ਲੱਜਤ ਬਹੁਤ ਹੋਇਆ, ਸ਼ਰਮਿੰਦਾ ਬਹੁਤ ਹੋਇਆ। ਜਦੋਂ ਸ਼ਰਮਿੰਦਾ ਹੁੰਦਾ ਹੰਕਾਰ ਨੂੰ ਠੇਸ ਵੱਜਦੀ ਨਾ, ਹੁਣ ਹੰਕਾਰ ਨੂੰ ਠੇਸ ਵੱਜੇਗੀ ਤੇ ਕੀ ਹੋਏਗਾ, ਦੂਜਾ ਵਿਕਾਰ ਪੈਦਾ ਹੋਏਗਾ, ਕ੍ਰੋਧ।
ਹੁਣ ਕ੍ਰੋਧ ਵੀ ਹੋ ਗਏ ਤੇ ਸ਼ਰਮਿੰਦਾ ਹੋਏ, ਹੰਕਾਰ ਨੂੰ ਠੋਕਰ ਵੱਜਣ ਕਰਕੇ ਮਨ ਵਿੱਚ ਕ੍ਰੋਧ ਹੋਰ ਵੱਧ ਗਿਆ। जोरी सपाव का बीच हृदय मन जालत पा नह बहन लावा। ਔਰ ਕ੍ਰੋਧ ਵਿੱਚ ਆਇਆ ਹੋਇਆ ਕ੍ਰੋਧ ਦੀ ਅੱਗ ਵਿੱਚ ਛੱਡਦੇ ਹੋਏ ਸ਼ੰਭੂਨਾਥ ਨੇ ਆਪਣੀ ਜ਼ੁਬਾਨ ਤੋਂ ਬਚਨੇ ਆਖੇ। मंगलनाथ बडो विगसातव पानोगे जिव कंज सुहावा। ਮੰਗਲਨਾਥ ਜੀ ਜਿਹੜੇ ਸੀ ਉਹ ਪ੍ਰਸੰਨ ਬਹੁਤ ਹੋਏ, ਕਿਉਂ? ਉਹਨੂੰ ਸ਼ੰਭੂਨਾਥ ਲੱਜਤ ਹੋਇਆ ਨਾ ਜਦੋਂ, ਉਹਨਾਂ ਨੂੰ ਇਹ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਵਿਖਾਉਣ ਵਾਲਾ ਆਪ ਹੀ ਸ਼ਰਮਿੰਦਾ ਹੋਇਆ। ਗੁਰੂ ਨਾਨਕ ਸਾਹਿਬ ਦੀ ਸ਼ੋਭਾ ਸੁਣ ਕੇ ਮੰਗਲਨਾਥ ਜੀ ਦਾ ਫਿਰਦਾ ਇਉਂ ਖਿੜਿਆ ਜਿਵੇਂ ਸੂਰਜ ਵੇਖ ਕੇ ਕਮਲ ਖਿੜਦਾ ਹੈ। श्री गुरु नानक भेद ज जानत देख हसी कर है मुस्कावा। ਗੁਰੂ ਨਾਨਕ ਸਾਹਿਬ ਜੀ ਦੇ ਭੇਦ ਨੂੰ ਜਾਣਦਿਆਂ ਹੋਇਆ ਮੰਗਲਨਾਥ ਜੀ ਸ਼ੰਭੂਨਾਥ ਦੀ ਹਾਲਤ ਵੇਖ ਕੇ ਮੁਸਕਰਾਉਂਦੇ ਹਨ। गोपी चंद भाखे सुन मंगल महान जोगी सिद्ध साधु को ऐसी रीत नहीं चाहिए। ਹੁਣ ਜਿਹੜੇ ਮੰਗਲਨਾਥ ਜੀ ਨੇ ਉਹਨਾਂ ਨੂੰ ਗੋਪੀ ਚੰਦ ਜੀ ਕਹਿੰਦੇ ਮੰਗਲਨਾਥ ਜੀ ਜਿਹੜੇ ਸਿੱਧ ਸਾਧ ਨੇ ਨਾ ਉਹਨਾਂ ਨੂੰ ਐਸੀ ਰੀਤ ਕਦੇ ਵੀ ਨਹੀਂ ਸ਼ੋਭਦੀ। संत जो अतीतता की निंदा को बखान करे लेखे अनमोल पाप शीस न चढ़ाइए। ਰੱਬ ਜੀ ਦੇ ਪਿਆਰਿਆਂ ਦੀ ਕੋਈ ਨਿੰਦਾ ਕਰੇ, ਨਿੰਦਾ ਕਰਨ ਵਾਲਾ ਮਨ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਭੈੜਾ ਕਰਮ ਕਮਾ ਰਿਹਾ ਹੈ। ਜਿਹਨੂੰ ਸਤਿਗੁਰੂ ਦੀ ਬਾਣੀ ਚ ਵੀ ਆਖਦੇ ਨਾ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਕੀ ਨਿੰਦਿਆ ਕੀ ਹੈ? ਬਾਰ-ਬਾਰ ਜ਼ਿੰਦਗੀ ਵਿੱਚ ਜੰਮਣ ਮਰਨ ਦਾ ਗੇੜ। ਹੁਣ ਇਸੇ ਤਰ੍ਹਾਂ ਉੱਥੇ ਗੋਰਖਨਾਥ ਜੀ ਦੇ ਕੋਲ ਬੈਠੇ ਹੋਏ ਸਾਰੇ ਮੰਗਲਨਾਥ ਜੀ, ਗੋਪੀ ਚੰਦ ਜੀ ਸਾਰੇ ਕੀ ਆਖਦੇ? ਕਹਿੰਦੇ ਜੇ ਕੋਈ ਰੱਬ ਦੇ ਪਿਆਰਿਆਂ ਨੂੰ ਨਿੰਦਾ ਆਖੇ ਨਾ, ਮਨ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਭੈੜਾ ਕਰਮ ਉਹ ਕਮਾ ਰਿਹਾ ਹੈ। चर्चा जे कीजे क्रोध हृदय निवार दीजिए शुभ वाक सुने शुभ ताहि को सुनाइए। ਕਹਿੰਦੇ ਚਰਚਾ ਤੇ ਉਹ ਹੁੰਦੀ ਹੈ ਵੀ ਜਿੱਥੇ ਅਗਲੇ ਦੇ ਸ਼ੁਭ ਵਚਨ ਸੁਣੇ ਜਾਣ ਤੇ ਆਪਣੇ ਸ਼ੁਭ ਵਚਨ ਸੁਣਾਏ ਜਾਣ। ਜਿੱਥੇ ਚਰਚਾ ਜੇ ਕੀਜੈ ਕ੍ਰੋਧ ਹ੍ਰਿਦੈ ਤੇ ਨਿਵਾਰ ਦੀਜੈ। ਜੇ ਚਰਚਾ ਕਰਨੀ ਹੈ ਤੇ ਫਿਰ ਆਪਾਂ ਨੂੰ ਕ੍ਰੋਧ ਛੱਡਣਾ ਪਏਗਾ। ਕ੍ਰੋਧ ਰੱਖ ਕੇ ਅਸੀਂ ਚਰਚਾ ਨਹੀਂ ਕਰ ਸਕਦੇ, ਕਿਉਂਕਿ ਜਦੋਂ ਕ੍ਰੋਧ ਹੋਏਗਾ ਉਦੋਂ ਵਿਚਾਰ ਨਹੀਂ ਹੋਏਗੀ। ਵਿਚਾਰ ਕਰਦਿਆਂ ਕ੍ਰੋਧ ਜਿਹੜਾ ਨਾ ਉਹ ਵੱਧ ਜਾਣਾ। ਕ੍ਰੋਧ ਵੱਧ ਗਿਆ ਉੱਥੇ ਕੀ ਹੋ ਜਾਣਾ? ਝਗੜਾ ਖੜਾ ਹੋਣਾ। ਸੁਣਨ ਨੂੰ ਤਿਆਰ ਨਹੀਂ ਹੈ। ਵਿਚਾਰ ਹਮੇਸ਼ਾ ਉੱਥੇ ਹੁੰਦੀ ਹੈ ਜਿੱਥੇ ਦੋਵੇਂ ਪੱਖ ਦੋਵੇਂ ਧਿਰਾਂ ਸੁਣਨ ਨੂੰ ਤਿਆਰ ਹੋਣ, ਨਤੀਜਾ ਵੀ ਉੱਥੇ ਨਿਕਲਦਾ ਹੈ। ਤੇ ਜਿੱਥੇ ਇੱਕ ਧਿਰ ਸੁਣਾਈ ਜਾਵੇ ਤੇ ਦੂਜੀ ਧਿਰ ਦੀ ਸੁਣੀ ਨਾ ਜਾਵੇ ਤੇ ਫਿਰ ਉੱਥੇ ਕੀ ਹੋਏਗਾ? ਝਗੜਾ, ਬਾਦ, ਲੜਾਈ, ਨਤੀਜਾ ਕੁਝ ਵੀ ਨਹੀਂ। ਬਹਿਸ ਦਾ ਕਦੇ ਨਤੀਜਾ ਨਹੀਂ ਨਿਕਲਦਾ, ਨਤੀਜਾ ਹਮੇਸ਼ਾ ਚਰਚਾ ਵਿੱਚੋਂ ਨਿਕਲਦਾ ਹੈ, ਵਿਚਾਰ ਵਿੱਚੋਂ ਨਿਕਲਦਾ। ਤੇ ਅਸੀਂ ਨਾ ਕਈ ਵਾਰ ਵਿਚਾਰ ਜਿਹੜੀ ਬਹਿਸ ਹੈ ਨਾ ਉਹਨੂੰ ਵੀ ਵਿਚਾਰ ਦਾ ਹੀ ਨਾਂ ਦੇ ਦਿੰਦੇ ਹਾਂ। ਇਹਦੇ ਸੀ ਵਿਚਾਰ ਨਹੀਂ, ਵਿਚਾਰ ਹੁੰਦੀ ਦੋਵੇਂ ਧਿਰਾਂ ਦੀ ਸੁਣੀ ਜਾਏ ਉਹਨੂੰ ਵਿਚਾਰ ਕਹਿੰਦੇ। ਜਿੱਥੇ ਇੱਕ ਧਿਰ ਦੀ ਸੁਣ ਕੇ ਇੱਕ ਧਿਰ ਦਾ ਪੱਖ ਪੂਰਿਆ ਜਾਏ ਤੇ ਦੂਜੀ ਧਿਰ ਦੀ ਨਾ ਸੁਣੀ ਜਾਵੇ ਤੇ ਨਾ ਮੰਨੀ ਜਾਵੇ, ਉਹਨੂੰ ਵਿਚਾਰ ਨਹੀਂ, ਉਹਨੂੰ ਬਹਿਸ ਕਿਹਾ ਜਾਂਦਾ। ਹੁਣ ਉੱਥੇ ਸਿੱਧ ਆਪਸ ਵਿੱਚ ਬੈਠੇ ਕੀ ਕਹਿੰਦੇ ਚਰਚਾ ਜੇ ਕੀਜੈ, ਜੇ ਚਰਚਾ ਚਾਹੁੰਦੇ ਹੋ ਫਿਰ ਹ੍ਰਿਦੈ ਤੇ ਕ੍ਰੋਧ ਨਿਵਾਰ ਦੀਜੈ। ਆਪਣੇ ਹਿਰਦੇ ਤੋਂ ਕ੍ਰੋਧ ਜਿਹੜਾ ਉਹਨੂੰ ਛੱਡ ਦਿਓ ਤੇ ਕ੍ਰੋਧ ਛੱਡ ਕੇ ਸ਼ੁਭ ਵਾਕ ਸੁਣੈ। ਸ਼ੁਭ ਵਾਕ ਕਹੀ ਦੀ ਹੈ ਆਪ ਸੁਣੇ ਜਾਣ ਤੇ ਸ਼ੁਭ ਫਿਰ ਆਖੇ ਜਾਵਣ। आवे हर हर कर निंदा को उचार पुन लाजबे न जीवे निज जोग को लजाइए। ਆਵੇ ਹਾਰ ਹੁਣ ਕਹਿੰਦੇ ਵੀ ਆਗੇ ਤੁਸੀਂ ਹਾਰ ਕੇ ਤੇ ਹੁਣ ਨਿੰਦਿਆ ਕਰੋ, ਮਾੜਾ ਆਖੋ, ਇਹ ਤੇ ਆਪਣੇ ਜੋਗ ਨੂੰ ਮਾਨੋ ਲੱਜਤ ਕਰਨਾ ਹੈ। मंगलनाथ कह सत भाखत ऐसे करे सिद्ध साधक जोई। ਕਹਿੰਦੇ ਵੀ ਮੰਗਲਨਾਥ ਜੀ ਆਖਰੇ ਸੱਚ ਬੋਲਦਿਆਂ ਹੋਇਆਂ ਕਹਿੰਦੇ ਇਸ ਪ੍ਰਕਾਰ ਅਸਲ ਦੇ ਵਿੱਚ ਸਿੱਧ ਔਰ ਜੋਗ ਜਿਹੜੇ ਉਹ ਕਰਦੇ ਕਿ ਵਿਚਾਰ ਆਪਸ ਵਿੱਚ ਕੀਤੀ ਜਾਵੇ ਤੇ ਦੋਵਾਂ ਪੱਖ ਸੁਣੇ ਜਾਣ, ਕਿਸੇ ਤਰੀਕੇ ਨਾਲ ਵੀ ਇੱਕ ਦੂਜੇ ਨਾਲ ਈਰਖਾ ਰੱਖੀ ਨਾ ਜਾਵੇ। होए निरंजन की करुणा तब पावत जागत और न कोई। ਕਹਿੰਦੇ ਫਿਰ ਨਿਰੰਜਨ ਦੀ ਕਿਰਪਾ ਹੁੰਦੀ, ਰੱਬ ਦੀ ਰਹਿਮਤ ਹੁੰਦੀ ਹੈ ਤੇ ਫਿਰ ਜੀਵ ਗਤੀ ਹਾਸਲ ਕਰਦਾ ਹੈ। मान रहे मन मान कानून है जानत आन समान जे होई। ਜੇ ਮਨ ਵਿੱਚ ਮਾਨ ਰਵੇ ਤੇ ਉਹ ਮਾਨ ਕੀ ਕਹਿੰਦਾ ਵੀ ਮੇਰੇ ਸਮਾਨ ਦੂਜਾ ਹੋਰ ਕੋਈ ਨਹੀਂ ਹੈ। जोग ते ही न रहे नरते मेहमान मेहमान है संतन ਤੇ सोई। ਜਿਹੜਾ ਇਦਾਂ ਦਾ ਮਨੁੱਖ ਹੈ ਉਹ ਭਾਵੇਂ ਜਿੱਦਾਂ ਮਰਜ਼ੀ ਵੱਡਾ ਆਪਣੇ ਆਪ ਨੂੰ ਖਵਾਈ ਜਾਏ ਪਰ ਉਹ ਜੋਗ ਤੋਂ ਸਖਣਾ ਰਹਿੰਦਾ, ਉਹ ਕਦੇ ਵੀ ਜੋਗ ਹਾਸਲ ਨਹੀਂ ਕਰ ਸਕਦਾ। इस विद करत सुमेर पर सर्व सिद्ध मिल बाद ਇਸ ਪ੍ਰਕਾਰ ਸਾਰੇ ਸਿੱਧ ਬੈਠੇ ਉੱਥੇ ਆਪਸ ਵਿੱਚ ਵਿਚਾਰ ਕਰਦੇ ਹਨ। आए होते आए पूर्ण अबे श्री सतगुर प्रसाद। ਕਵੀ ਜੀ ਕਹਿੰਦੇ ਵੀ ਇਸ ਤਰੀਕੇ ਸਿੱਧ ਆਪਸ ਉੱਥੇ ਵਿਚਾਰ ਕਰ ਰਹੇ ਤੇ ਅਧਿਆਏ ਜਿਹੜਾ ਇਹ ਸੰਪੂਰਨ ਹੁੰਦਾ ਹੈ। जाबो तुम अवतान आन यहाँ सही। ਫਿਰ ਉਹਨਾਂ ਗੋਰਖਨਾਥ ਸਮਝ ਚੁੱਕਾ ਸੀ ਕਿ ਸ਼ੰਭੂਨਾਥ ਨੇ ਇਦਾਂ ਨਹੀਂ ਮੰਨਣਾ ਤੇ ਗੋਰਖਨਾਥ ਜੀ ਕਹਿੰਦੇ ਤਬ ਗੋਰਖ ਨੇ ਬੋਲ। ਉਸ ਵਕਤ ਗੋਰਖਨਾਥ ਜੀ ਬੋਲੇ ਤੇ ਗੋਰਖਨਾਥ ਜੀ ਬੋਲ ਕੇ ਕੀ ਕਹਿੰਦੇ ਵੀ ਸ਼ੰਭੂਨਾਥ ਜੀ ਹੁਣ ਰਹੀ ਬਾਤ ਤੁਹਾਡੀ ਵੀ ਤੁਸੀਂ ਜਾਣਾ ਤੇ ਚਲੇ ਜਾਓ। ਤੇ ਸ਼ੰਭੂਨਾਥ ਸੁਣ ਕੇ ਗੋਰਖਨਾਥ ਦੇ ਬੋਲ ਗੁਰੂ ਨਾਨਕ ਸਾਹਿਬ ਕੋਲ ਆਉਂਦਾ। ਗੁਰੂ ਨਾਨਕ ਸਾਹਿਬ ਕੋਲ ਆ ਕੇ ਉਹਨੇ ਬੜੇ ਕ੍ਰੋਧ ਭਰੇ ਲਫ਼ਜ਼ ਵਰਤੇ, ਕ੍ਰੋਧ ਭਰੇ ਸ਼ਬਦ ਵਰਤੇ ਔਰ ਵੱਧਦਾ ਹੋਇਆ ਸ਼ਬਦ ਗੁਰੂ ਨਾਨਕ ਸਾਹਿਬ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਸਤਿਗੁਰੂ ਜੀ ਨੇ ਉਹਨਾਂ ਨਾਲ ਵੀ ਬੜੇ ਪ੍ਰੇਮ ਸਹਿਤ ਵਿਚਾਰ ਚਰਚਾ ਕੀਤੀ ਪਰ ਉਹ ਜਿਹੜਾ ਸ਼ੰਭੂਨਾਥ ਸੀ ਕਿਸੇ ਪ੍ਰਕਾਰ ਵੀ ਮੰਨਣ ਨੂੰ ਤਿਆਰ ਨਹੀਂ ਸੀ, ਜਿਸ ਕਰਕੇ ਉੱਥੋਂ ਕ੍ਰੋਧ ਵਿੱਚ ਹੀ ਉਹ ਵਾਪਸ ਪਰਤ ਆਉਂਦਾ। ਜਦੋਂ ਉਹ ਵਾਪਸ ਆਇਆ ਉੱਥੋਂ ਹਾਰ ਕੇ ਵਾਪਸ ਪਰਤ ਆਇਆ, ਉਹ ਫਿਰ ਜਾ ਕੇ ਇਹੋ ਆਖਦਾ ਇਹਨਾਂ ਵੀ ਉਹਦੇ ਕਿਸੇ ਪ੍ਰਕਾਰ ਵਿਚਾਰ ਇਹ ਨਹੀਂ ਆਖਿਆ ਵੀ ਮੇਰੇ ਕੋਲ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਜਾਂ ਮੇਰੇ ਕੋਲ ਉਹਨਾਂ ਵਰਗੀ ਵਿਸ਼ਾਲ ਸੋਚ ਨਹੀਂ ਸੀ। ਕੀ ਆਖਦਾ ਕਹਿੰਦਾ ਵੀ ਉਹਦੇ ਵਿਚਾਰ ਕਰਨ ਨੂੰ ਤਿਆਰ ਹੀ ਨਹੀਂ, ਜਿਸ ਕਰਕੇ ਮੈਂ ਉੱਥੋਂ ਪਰਤ ਆਇਆ। ਇਹ ਪਾਸੇ ਹੋ ਕੇ ਸਾਰਿਆਂ ਤੋਂ ਬਹਿ ਗਿਆ। ਦੂਜੇ ਪਾਸੇ ਗੋਰਖਨਾਥ ਜੀ ਦੇ ਕੋਲ ਹੁਣ ਹੋਰ ਸਿੱਧ ਆਏ ਜਿਹੜੇ ਮਨ ਵਿੱਚ ਹੰਕਾਰ ਲੈ ਕੇ ਬੈਠੇ ਤੇ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਵਾਰੀ-ਵਾਰੀ ਕਰਕੇ ਗੋਰਖਨਾਥ ਜੀ ਨੇ ਜਦੋਂ ਭੇਜਿਆ ਨਾ ਸਾਰੇ ਹਾਰ ਗਏ, ਥੱਕ ਗਏ, ਵਾਪਸ ਪਰਤ ਆਏ। ਅਖੀਰ ਇਹਨਾਂ ਸਿੱਧਾਂ ਨੇ ਇਹ ਫੈਸਲਾ ਕੀਤਾ ਹੁਣ ਜੋ ਸਿੱਧ ਭਰਤਰੀ ਨੂੰ ਗੋਰਖਨਾਥ ਜੀ ਕਹਿੰਦੇ ਵੀ ਤੁਸੀਂ ਜਾਓ, ਕਿਉਂਕਿ ਸਭ ਤੋਂ ਪਹਿਲਾਂ ਸ਼ੁਰੂਆਤ ਕਿਹਨਾਂ ਕੀਤੀ ਸੀ? ਭਰਤਰੀ ਜੋਗੀ ਨੇ। ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਤੇ ਭਰਤਰੀ ਜੋਗੀ ਮਿਲਦੇ, ਭਰਤਰੀ ਜੋਗੀ ਨੇ ਆ ਕੇ ਗੋਰਖਨਾਥ ਨੂੰ ਆਖਿਆ ਸੀ ਵੀ ਤੁਸੀਂ ਜਾ ਕੇ ਆਪਣਾ ਜੇ ਤੁਹਾਨੂੰ ਮਨਵਾ ਸਕਦੇ ਹੋ ਕਿ ਮਨਵਾ ਲਓ। ਫਿਰ ਗੋਰਖਨਾਥ ਜਾਂਦਾ, ਉਸ ਤੋਂ ਬਾਅਦ ਸਿੱਧਾਂ ਦਾ ਸਿਲਸਿਲਾ ਤੁਰਦਾ। ਹੁਣ ਸਾਰੇ ਸਿੱਧ ਜਦੋਂ ਹੰਕਾਰੇ ਹੋਏ, ਮਨਾਂ ਦਾ ਹੰਕਾਰ ਨਿਵਿਰਤ ਹੋ ਗਿਆ, ਟੁੱਟ ਗਿਆ ਸਾਰਿਆਂ ਦੇ ਮਨਾਂ ਦਾ ਹੰਕਾਰ ਤੇ ਭਰਤਰੀ ਜੋਗੀ ਨੂੰ ਫਿਰ ਗੋਰਖਨਾਥ ਜੀ ਆਖਦੇ ਵੀ ਤੁਹਾਡਾ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਵਧੀਤ ਹੈ, ਹੁਣ ਆਪ ਜੀ ਗੱਲ ਕੇ ਉਹਨਾਂ ਪਾਸ ਜਾਵੋ। सर्व सिद्ध सो मिले जब ये चल आए हैं। ਔਰ ਉੱਥੇ ਨਾ ਹੁਣ ਸਾਰੇ ਸਿੱਧ ਜਦੋਂ ਮਿਲ ਕੇ ਇਹ ਬਾਤ ਆਖਦੇ ਭਰਤਰੀਨਾਥ ਜੀ ਨੂੰ ਤੇ ਭਰਤਰੀਨਾਥ ਜੀ ਸਭਨਾਂ ਦੇ ਕਹਿਣ ਉੱਤੇ ਉੱਥੇ ਚੱਲ ਕੇ ਆ ਜਾਂਦੇ ਹਨ। बोले हैं दर्शकों दे भले सुख पाए हैं। ਔਰ ਉੱਥੇ ਜਾ ਕੇ ਉਹ
ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਜਿਹੜੇ ਉਹ ਕਰਦੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਕੇ ਮਾਲਕ ਪਾਤਸ਼ਾਹ ਜੀ ਦੇ ਦਰਸ਼ਨਾਂ ਵਿੱਚੋਂ ਬੇਇੰਤਹਾ ਸੁਖ ਭਰਤਰੀਨਾਥ ਜੀ ਹਾਸਲ ਕਰਦੇ ਨੇ। ਕਿਵੇਂ ਜਾ ਕੇ ਉਹ ਗੁਰੂ ਨਾਨਕ ਸਾਹਿਬ ਜੀ ਨਾਲ ਬੈਨ ਬਚਨ ਵਿਲਾਸ ਕਰਦੇ ਔਰ ਕਿਹੜੀ ਅਰਜ਼ੋਈਆਂ ਜੋ ਭਰਤਰੀਨਾਥ ਜੀ ਕਰਦੇ ਨੇ, ਮਾਲਕ ਪਾਤਸ਼ਾਹ ਉਹਨਾਂ ਨੂੰ ਕਿਵੇਂ ਜਵਾਬ ਦਿੰਦੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।